ਜੇਕਰ ਬੀਜੇਪੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੰਦੀ ਹੈ, ਰੱਦ ਕਰ ਦਿੰਦੀ ਹੈ, ਤਾਂ ਬੀਜੇਪੀ ਸਰਕਾਰ ਨੂੰ ਕੀ ਨੁਕਸਾਨ ਹੈ? ਬੀਜੇਪੀ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ। ਹੁਣ ਅਗਲੀ ਜਿਹੜੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਕਿ ਜੇ ਇਹ ਅੰਦੋਲਨ ਦਾ ਦਬਾਅ ਵੱਧਦਾ ਗਿਆ ਤਾਂ ਬੀਜੇਪੀ ਦੇ ਵਿੱਚ ਵੀ ਦੋ ਧੜੇ ਪੈਦਾ ਹੋਣਗੇ। ਜੇ ਕਿਸਾਨਾਂ ਦੇ ਵਿੱਚ ਦੋ ਧੜੇ ਪੈਦਾ ਹੋ ਗਏ ਨਾ, ਇੱਕ ਤੱਤਾ ਧੜਾ ਤੇ ਇੱਕ ਨਰਮ ਧੜਾ, ਤਾਂ ਜਿਹਨੂੰ ਕਹਿ ਸਕਦੇ ਹਾਂ ਕਿ ਦੇਸ਼ ਦੇ ਰਾਜ ਕਰ ਰਹੀ ਪਾਰਟੀ ਦੇ ਵਿੱਚ ਵੀ ਦੋ ਧੜੇ ਪੈਦਾ ਹੋਣਗੇ। ਜਿਹੜਾ ਗਲੋਬਲ ਕਾਰਪੋਰੇਟੀ ਜਗਤ ਹੈਗਾ, ਇਕੱਲਾ ਭਾਰਤ ਦਾ ਹੀ ਨਹੀਂ, ਗਲੋਬਲ ਜਿਹੜਾ ਕਾਰਪੋਰੇਟੀ ਜਗਤ ਆ, ਉਹ ਵੱਡੀ ਪੱਧਰ ਤੇ ਦਬਾਅ ਪਾ ਰਿਹਾ ਹੈ ਕਿ ਇਹ ਕਾਨੂੰਨ ਵਾਪਸ ਨਹੀਂ ਲੈਣੇ। ਹੋ ਸਕਦਾ ਹੈਗਾ ਕਿ ਮੋਦੀ ਸਰਕਾਰ ਨੂੰ ਇਹ ਲੱਗਦਾ ਹੀ ਨਾ ਹੋਵੇ ਕਿ ਐਡਾ ਵੱਡਾ ਅੰਦੋਲਨ ਬਣੂਗਾ, ਤੇ ਜੇ ਹੱਲ ਕਰਨਾ ਹੁੰਦਾ ਤੇ ਪੰਜਾਬ ਵੇਲੇ ਤਾਂ ਬਹੁਤ ਛੋਟੀਆਂ ਗੱਲਾਂ ਤੇ ਹੀ ਹੱਲ ਹੋ ਜਾਣਾ ਸੀਗਾ। ਜਦੋਂ ਸਰਕਾਰ ਖੁਦ ਮੰਨੀ ਬੈਠੀ ਹੈ ਕਿ ਅਸੀਂ 1.5 ਸਾਲ ਲਈ ਸਸਪੈਂਡ ਕਰਨ ਨੂੰ ਤਿਆਰ ਹਾਂ, 1.5 ਸਾਲ ਲਈ ਸਸਪੈਂਡ ਕਰਨ ਦੀ ਬਜਾਏ ਉਹ ਕਹੇ ਕਿ ਜਦੋਂ ਤੱਕ 2/3 ਦੀ ਮੈਜੋਰਟੀ ਨਾਲ ਨਹੀਂ ਇਹਦਾ ਫੈਸਲਾ ਹੁੰਦਾ, 2/3 ਦੀ ਮੈਜੋਰਟੀ ਨਾਲ ਨਹੀਂ ਫੈਸਲਾ ਹੁੰਦਾ। ਇਹ ਨਹੀਂ ਕਿ ਇੱਕ ਵੋਟ ਤੋੜ ਲਈ। ਜੇ ਕਿਸਾਨਾਂ ਦੇ ਇਹ 4-4 ਜੋੜ ਲੈਣ ਤੇ ਮੁੜ ਕੇ 2/3 ਦੀ ਮੈਜੋਰਟੀ ਨਾਲ ਜਿਹੜਾ ਫੈਸਲਾ ਹੋਵੇ ਉਹ ਮੰਨ ਲੈਣ। ਸਰਕਾਰ ਨੂੰ ਇਹ ਜਾਪਦਾ ਹੈ ਕਿ ਅਸੀਂ ਆਪਣੇ ਜ਼ਬਰ ਨਾਲ ਕੇਸ ਪਾ ਕੇ, ਬਦਨਾਮ ਕਰਕੇ, ਦਬਾਅ ਪਾ ਕੇ ਅੰਦੋਲਨ ਨੂੰ ਹੌਲੀ ਹੌਲੀ ਖੀਨ ਕਰ ਦਾਂਗੇ ਜਾਂ ਖੰਡਾ ਦੇਵਾਂਗੇ। ਦੂਸਰੇ ਪਾਸੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਆਧਾਰ ਵੱਧ ਰਿਹਾ ਹੈਗਾ, ਨਵੇਂ ਏਰੀਆ 'ਚ ਸਾਡਾ ਗੱਲ ਜਾ ਰਹੀ ਹੈਗੀ ਆ, ਨਵੇਂ ਲੀਡਰ ਉੱਭਰ ਰਹੇ ਨੇ ਤੇ ਸਾਡੀ ਗੱਲ ਸੰਸਾਰ ਸੁਣ ਰਿਹਾ। ਸਿਵਲ ਵਾਰ ਦਾ ਖਦਸ਼ਾ ਪੈਦਾ ਹੋ ਰਿਹਾ। ਜਦੋਂ ਤੁਸੀਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਉੱਤੇ ਕਿਹਾ ਜਾ ਸਕਦਾ ਕਿ ਸਧਾਰਨ ਗੱਲਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਮੜੋਗੇ ਤਾਂ ਫਿਰ ਉਸ ਦੇਸ਼ ਨੂੰ ਕਿਹੜਾ ਨੌਜਵਾਨ ਆਪਣਾ ਕਹੂਗਾ? ਦੇਖੋ, ਲੜਾਈ ਦੇ ਵਿੱਚ ਨਾ ਦੋਵੇਂ ਧਿਰਾਂ ਹੀ ਆਪਣਾ ਦਮਗਜ਼ੇ ਮਾਰਦੀਆਂ ਹੁੰਦੀਆਂ। ਕਦੇ ਮਾ ਕੇ ਕੋਈ ਕਿੱਲਾਂ ਗੁੱਡ ਦਿੰਦਾ ਹੈ, ਕਿਤੇ ਕੋਈ ਮਾ ਕੇ ਦੇਸ਼ ਧਰੋਹ ਦੇ ਕੇਸ ਦਰਜ ਕਰ ਦਿੰਦਾ ਹੈ। ਅਜਿਹੀਆਂ ਗੱਲਾਂ ਜੇ ਸਰਕਾਰ ਕਰਦੀ ਆ ਤਾਂ ਕਿਸਾਨ ਵੀ ਉਹਦੇ ਉਲਟੇ ਇਸ ਤਰ੍ਹਾਂ ਹੀ ਕਰਦੇ ਆ ਕਿ ਅਸੀਂ ਦਿੱਲੀ ਘੇਰ ਲਵਾਂਗੇ, ਅਸੀਂ ਸੰਸਦ ਘੇਰ ਲਵਾਂਗੇ, ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ। ਜਿੱਥੋਂ ਤੱਕ ਗੱਲ ਹੈਗੀ ਆ ਸੰਸਦ ਘੇਰਨ ਦੀ, ਤਾਂ ਮੈਂ ਫਿਰ ਇਹ ਕਹਿ ਸਕਦਾ ਹਾਂ ਕਿ ਜੇ ਅੱਜ ਦੀ ਦਿਹਾੜੀ ਦੇ ਵਿੱਚ ਇਹ ਕਿ ਕਿਸਾਨ ਸੰਸਦ ਘੇਰਨ ਦੀ ਪਹਿਲਾਂ ਵੀ ਜਿਹੜਾ ਲਾਲ ਕਿਲ੍ਹੇ ਦੇ ਵਿੱਚ ਲਾਲ ਕਿਲ੍ਹਾ ਨਾ ਕਹੀਏ, ਦਿੱਲੀ ਦੇ ਵਿੱਚ ਜਿਹੜੇ ਟਰੈਕਟਰ ਪਰੇਡ ਕਰਨ ਦਾ ਬ੍ਰੇਨ ਚਾਈਲਡ ਵੀ ਇਹ ਰਕੇਸ਼ ਟਕੈਤ ਦਾ ਹੀ ਸੀ। ਉਹਨੇ ਹੀ ਪਹਿਲੀ ਵਾਰੀ ਇਹ ਗੱਲ ਕਹੀ ਸੀਗੀ। ਬਾਅਦ ਦੇ ਵਿੱਚ ਸੰਯੁਕਤ ਮੋਰਚੇ ਨੇ ਉਹਨੂੰ ਪ੍ਰਵਾਨ ਕਰ ਲਿਆ ਸੀ। ਰਕੇਸ਼ ਟਕੈਤ ਦਾ ਬਿਆਨ ਸੀ ਕਿ 4 ਲੱਖ ਨਹੀਂ 40 ਲੱਖ ਟਰੈਕਟਰ ਲੈ ਕੇ ਆਵਾਂਗੇ। 40 ਲੱਖ ਟਰੈਕਟਰ ਜੇ ਇੱਕ ਵਾਰ ਸੜਕਾਂ 'ਤੇ ਆ ਗਿਆ ਤੇ ਇਹਦਾ ਮਤਲਬ ਤਾਂ ਕਿ ਦਿੱਲੀ ਦਾ ਜਿਹਨੂੰ ਕਹਿੰਦੇ ਆ ਕਿ ਰੋਟੀ ਪਾਣੀ ਬੰਦ। ਵੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਹੱਠ ਧਰਮੀ ਛੱਡਣੀ ਚਾਹੀਦੀ ਆ। ਸਰਕਾਰ ਸਿਰਫ ਵੋਟਾਂ ਦੇ ਵਿੱਚ ਜਿੱਤ ਤੇ ਵੋਟਾਂ ਦੀ ਗਿਣਤੀ ਵੱਲ ਹੀ ਧਿਆਨ ਦੇ ਰਹੀ ਆ, ਦੇਸ਼ ਵੱਲ ਤੇ ਦੇਸ਼ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ। ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਕਿਸਾਨੀ ਮਸਲਾ ਅੱਜ ਆਪਣੇ ਸਿਖਰ ਉੱਤੇ ਹੈ, ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ। 26 ਜਨਵਰੀ ਦੀ ਘਟਨਾ ਤੋਂ ਬਾਅਦ ਜੋ ਲੱਗਿਆ ਸੀ ਕਿ ਅੰਦੋਲਨ ਦੇ ਪੈਰ ਉਖੜ ਗਏ ਨੇ, ਪਰ ਸਿਆਣੇ ਆਗੂਆਂ ਨੇ ਸੂਝ ਦੇ ਨਾਲ ਇਸ ਅੰਦੋਲਨ ਨੂੰ ਫਿਰ ਪੈਰਾਂ ਸਿਰ ਕਰਤਾ ਹੈ। ਹੁਣ ਇੱਕ ਸਰਕਾਰ ਤੇ ਕਿਸਾਨਾਂ ਵਿਚਾਲੇ ਇੱਕ ਡੈਡਲੌਕ ਕ੍ਰੀਏਟ ਹੋ ਚੁੱਕਿਆ ਗੱਲਬਾਤ ਦਾ। ਕਿਸਾਨ ਕਹਿੰਦੇ ਅਸੀਂ ਗੱਲਬਾਤ ਉਦੋਂ ਤੱਕ ਨਹੀਂ ਕਰਾਂਗੇ ਜਦੋਂ ਤੱਕ ਸਾਡੇ ਬੰਦੇ ਰਿਹਾ ਨਾ ਕੀਤੇ ਜਾਣ। ਦੂਜੇ ਪਾਸੇ ਸਰਕਾਰ ਦੇ ਬਾਰ-ਬਾਰ ਇਹ ਬਿਆਨ ਆਉਣੇ ਕਿ ਅਸੀਂ ਅਮੈਂਡਮੈਂਟ ਨੂੰ ਤਿਆਰ ਹਾਂ, ਅਸੀਂ ਸੋਧ ਨੂੰ ਤਿਆਰ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਕਿ ਅਸੀਂ ਗੱਲਬਾਤ ਉੱਥੋਂ ਹੀ ਸ਼ੁਰੂ ਕਰ ਸਕਦੇ ਹਾਂ ਜਿੱਥੋਂ ਅਸੀਂ ਗੱਲਬਾਤ ਇਹ ਸਮਾਪਤ ਕੀਤੀ ਸੀ। ਪਰ ਕਿਸਾਨ ਆਗੂਆਂ ਦਾ ਕਹਿਣਾ ਕਿ ਗੱਲ ਉੱਥੇ ਸਮਾਪਤ ਹੋਈ ਸੀ। ਕਿ ਸਰਕਾਰ ਦਾ ਕਹਿਣਾ ਸੀ ਅਸੀਂ ਕਿ ਜੋ ਕਾਨੂੰਨ ਨੇ ਇਹ ਕਾਨੂੰਨ ਰੱਦ ਨਹੀਂ ਕਰਾਂਗੇ, ਅਸੀਂ ਸੋਧ ਕਰ ਦੇਵਾਂਗੇ। ਕਿਸਾਨ ਆਗੂਆਂ ਦਾ ਕਹਿਣਾ ਅਸੀਂ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਇਹ ਖੇਤੀ ਕਾਨੂੰਨ ਖਾਰਜ ਨਹੀਂ ਹੋ ਜਾਂਦੇ, ਮੁੱਢੋਂ ਖਾਰਜ ਨਹੀਂ ਹੋ ਜਾਂਦੇ। ਦੂਜੇ ਪਾਸੇ ਬੀਜੇਪੀ ਹਕੂਮਤ ਜੋ ਰਾਜ ਕਰ ਰਹੀ ਹੈ ਦੇਸ਼ ਦੇ ਉੱਤੇ, ਆਪਣੀ ਗੱਲ ਨੂੰ ਲੈ ਕੇ ਅੜੀ ਹੋਈ ਹੈ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾਂਗੇ। ਕਿਹੜੇ ਦਬਾਅ ਨੇ ਬੀਜੇਪੀ ਸਰਕਾਰ ਦੇ ਉੱਤੇ, ਕਿਹੜੇ ਪ੍ਰੈਸ਼ਰ ਨੇ ਤੇ ਕੀ ਨੁਕਸਾਨ ਨੇ ਬੀਜੇਪੀ ਸਰਕਾਰ ਨੂੰ? ਜੇਕਰ ਬੀਜੇਪੀ ਸਰਕਾਰ ਇਹ ਕਾਨੂੰਨ ਖਾਰਜ ਕਰ ਦਿੰਦੀ ਹੈ, ਰੱਦ ਕਰ ਦਿੰਦੀ ਹੈ, ਤਾਂ ਬੀਜੇਪੀ ਸਰਕਾਰ ਨੂੰ ਇਹਦੇ 'ਚ ਕੀ ਨੁਕਸਾਨ ਨੇ? ਖੈਰ ਇਹ ਤਾਂ ਬੀਜੇਪੀ ਸਰਕਾਰ ਹੀ ਦੱਸ ਸਕਦੀ ਹੈ, ਜਾਂ ਫਿਰ ਬੀਜੇਪੀ ਸਰਕਾਰ ਆਪਣੀ ਈਗੋ ਦਾ ਸਵਾਲ ਬਣਾ ਕੇ ਬੈਠੀ ਹੈ ਕਿ ਜੇਕਰ ਅਸੀਂ ਇਹ ਕਾਨੂੰਨ ਖਾਰਜ ਕਰ ਦੇਵਾਂਗੇ, ਰੱਦ ਕਰ ਦੇਵਾਂਗੇ, ਤਾਂ ਸਾਡੇ ਖਿਲਾਫ ਅੰਦੋਲਨ ਖੜੇ ਹੋ ਜਾਣਗੇ। ਜਿਵੇਂ ਗੱਲਾਂ ਚੱਲਦੀਆਂ ਨੇ ਕਿ ਸਰਕਾਰ ਨੇ ਇੱਕ ਅਕਸ ਘੜਿਆ ਹੋਇਆ ਕਿ ਦੇਸ਼ ਦਾ ਮਜ਼ਬੂਤ ਪ੍ਰਧਾਨ ਮੰਤਰੀ ਹੈ, ਬੀਜੇਪੀ ਸਰਕਾਰ ਇੱਕ ਮਜ਼ਬੂਤ ਸਰਕਾਰ ਹੈ, ਅਸੀਂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਤੀ, ਅਸੀਂ ਨੋਟਬੰਦੀ ਕਰਤੀ। ਤਮਾਮ ਇਹੋ ਜਿਹੇ ਮਸਲੇ ਨੇ ਜਿਹਨੂੰ ਲੈ ਕੇ ਸਰਕਾਰ ਆਪਣਾ ਇੱਕ ਅਕਸ ਉਭਾਰਦੀ ਹੈ ਕਿ ਮਜ਼ਬੂਤ ਅਕਸ ਹੈ। ਜੇਕਰ ਕਾਨੂੰਨ ਰੱਦ ਕਰਦੇ ਨੇ ਕਿਸਾਨਾਂ ਦੇ ਕਹਿਣ 'ਤੇ ਸਰਕਾਰ ਕਾਨੂੰਨ ਰੱਦ ਕਰਦੀ ਹੈ ਤਾਂ ਬੀਜੇਪੀ ਸਰਕਾਰ ਆਪਣੇ ਆਪ ਨੂੰ ਪਿੱਛੇ ਖਿੱਚੂ ਮਹਿਸੂਸ ਕਰੂਗੀ। ਅਤੇ ਅੱਜ ਕਿਸਾਨੀ ਮਸਲੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਰਜਿੰਦਰ
ਗੁਰਜਿੰਦਰਪਾਲ ਜੀ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਕਿ ਕਿਸਾਨੀ ਮਸਲਾ ਹੁਣ ਅਖੀਰ ਦੇ ਵਿੱਚ ਇਹਦੇ 'ਚੋਂ ਨਿਕਲ ਕੇ ਕੀ ਆਊਗਾ, ਕਿ ਇਸ ਕਾਨੂੰਨ ਵਾਪਸ ਹੋਣਗੇ ਜਾਂ ਫਿਰ ਕਿਸਾਨੀ ਸੰਘਰਸ਼ ਕਿਸ ਰੂਪ ਦੇ ਵਿੱਚ ਹੋਰ ਵੱਡੇ ਦੇਸ਼ ਦੇ ਫੈਲਾਅ 'ਤੇ ਕਿਸ ਪੱਧਰ ਉੱਤੇ ਜਾਊਗਾ। ਕਿਉਂਕਿ ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਵਿੱਚ ਆ ਕੇ ਵੀ ਮਹਾਂ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ, ਤੇ ਮਹਾਂ ਪੰਚਾਇਤਾਂ ਇਹ ਪੰਜਾਬ ਦੀ ਸਿਆਸਤ ਨੂੰ ਕਿੱਥੇ ਤੱਕ ਪ੍ਰਭਾਵਿਤ ਕਰਨਗੀਆਂ, ਕਿੱਥੇ ਤੱਕ ਡੈਮੇਜ ਕਰਨੀਆਂ, ਇਹ ਸਾਰੀ ਗੱਲਾਂ 'ਚ ਪ੍ਰੋਫੈਸਰ ਸਾਹਿਬ ਨਾਲ ਕਰਾਂਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਚੈਨਲ ਪੰਜਾਬੀ ਡਾਕ 'ਤੇ। ਮਿਹਰਬਾਨੀ। ਪ੍ਰੋਫੈਸਰ ਸਾਹਿਬ, ਹੁਣ ਤੁਸੀਂ ਇਸ ਅੰਦੋਲਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਕਿਸ ਰੂਪਰੇਖਾ ਨਾਲ ਦੇਖਦੇ ਹੋ ਕਿ ਜੋ ਇੱਕ ਡੈਡਲੌਕ ਕ੍ਰੀਏਟ ਹੋ ਚੁੱਕੀ ਆ ਗੱਲਬਾਤ ਦੇ ਵਿੱਚ, ਕਿ ਹੁਣ ਕੀ ਨਿਕਲ ਕੇ ਆਊਗਾ, ਕਿ ਗੱਲਬਾਤ ਦੁਬਾਰੇ ਸ਼ੁਰੂ ਹੋਊਗੀ? ਜੇਕਰ ਗੱਲਬਾਤ ਦੁਬਾਰੇ ਸ਼ੁਰੂ ਹੋਊਗੀ ਤਾਂ ਕੀ ਫਿਰ ਗੱਲਬਾਤ, ਜਿਵੇਂ ਸਰਕਾਰ ਕਹਿੰਦੀ ਅਸੀਂ ਕਾਨੂੰਨ ਖਾਰਜ ਨਹੀਂ ਕਰਾਂਗੇ, ਉੱਥੇ ਫਿਰ ਖਤਮ ਹੋ ਜੂਗੀ? ਦੇਖੋ, ਇਹ ਜਿਹੜਾ ਕਿਸਾਨ ਅੰਦੋਲਨ ਆ ਹੁਣ ਇਸ ਵੇਲੇ ਜਨ ਅੰਦੋਲਨ ਬਣ ਚੁੱਕਿਆ ਹੈ, ਅਤੇ ਇਹ ਪੰਜਾਬ ਹਰਿਆਣੇ ਦਾ ਨਹੀਂ, ਇਹ ਯੂਪੀ ਜਾਂ ਰਾਜਸਥਾਨ ਤੱਕ ਨਹੀਂ ਸ਼ਾਮਲ, ਇਹ ਹੁਣ ਕਿਹਾ ਜਾ ਸਕਦਾ ਸਾਰਾ ਦੇਸ਼ ਹੀ ਇਹਦੇ ਵਿੱਚ ਸ਼ਾਮਲ ਹੋਣ ਜਾ ਰਿਹਾ। ਇਹ ਤੁਹਾਡੀ ਗੱਲ ਸਹੀ ਹੈਗੀ ਕਿ ਇਹਦੇ ਵਿੱਚ ਡੈਡਲਾਕ ਆਇਆ ਹੋਇਆ, ਪਰ ਜਿਹੜਾ ਇਹ ਡੈਡਲਾਕ ਆਇਆ ਹੋਇਆ, ਵੱਡੀ ਗੱਲ ਇਹ ਹੈ ਕਿ ਇਹ ਟੁੱਟੇਗਾ ਕਿਵੇਂ। ਦੇਖੋ, ਇੱਕ ਤਾਂ ਇਹਦਾ ਕਾਰਨ ਇਹ ਜਾਪ ਰਿਹਾ ਡੈਡਲਾਕ ਦਾ, ਕਿ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਇੰਟਰੋ ਦੇ ਵਿੱਚ ਹੀ ਦੱਸ ਦਿੱਤੀਆਂ ਕਿ ਇਹਦਾ ਵੱਡੇ ਡੈਡਲਾਕ ਦਾ ਕਾਰਨ ਇਹ ਆ ਕਿ ਸਰਕਾਰ ਕਹਿੰਦੀ ਹੈ ਕਿ ਇਹਦੇ ਨਾਲ ਮੇਰੀ ਬਦਨਾਮੀ ਹੋਊਗੀ, ਮੈਂ ਪਿੱਛੇ ਹਟ ਜਾਂਗੀ, ਜਾਂ ਇਹਦੇ ਨਾਲ ਤਾਂ ਪੁਰਾਣੇ ਕਾਨੂੰਨਾਂ ਬਾਰੇ ਵੀ ਲੋਕ ਦੁਬਾਰਾ ਵਿਚਾਰ ਕਰਨ ਲਈ ਕਹਿਣ ਲੱਗ ਪੈਣਗੇ। ਉਹ ਸਾਰੀਆਂ ਗੱਲਾਂ ਸੱਚੀਆਂ, ਪਰ ਜਿਸ ਸਥਿਤੀ ਦੇ ਵਿੱਚ ਹੁਣ ਆਇਆ ਹੋਇਆ, ਇਹ 2-3 ਗੱਲਾਂ ਦੇ ਵਿੱਚ ਮਹੱਤਵਪੂਰਨ ਆ। ਪਹਿਲੀ ਗੱਲ ਤਾਂ ਇਹ ਕਿ ਮੋਦੀ ਸਰਕਾਰ ਸਿਆਸੀ ਤੌਰ 'ਤੇ ਇਸ ਵੇਲੇ ਨੁਕਸਾਨ ਝੱਲ ਕੇ ਵੀ ਜੇ ਇਹਨੂੰ ਲਾਗੂ ਕਰਨ ਲਈ ਤਿਆਰ ਬੈਠੀ ਆ, ਤਾਂ ਉਹਦਾ ਵੱਡਾ ਕਾਰਨ ਇਹ ਹੈਗਾ ਕਿ ਜਿਹੜਾ ਗਲੋਬਲ ਕਾਰਪੋਰੇਟੀ ਜਗਤ ਹੈਗਾ, ਇਕੱਲਾ ਭਾਰਤ ਦਾ ਹੀ ਨਹੀਂ, ਗਲੋਬਲ ਜਿਹੜਾ ਕਾਰਪੋਰੇਟੀ ਜਗਤ ਆ, ਉਹ ਵੱਡੀ ਪੱਧਰ 'ਤੇ ਦਬਾਅ ਪਾ ਰਿਹਾ ਹੈ ਕਿ ਇਹ ਕਾਨੂੰਨ ਵਾਪਸ ਨਹੀਂ ਲੈਣੇ। ਦੂਸਰੇ ਪਾਸੇ ਕੇਵਲ ਪੰਜਾਬ ਵਿੱਚ ਹੀ ਨਹੀਂ, ਦੇਸ਼ ਵਿੱਚ ਹੀ ਨਹੀਂ, ਦੁਨੀਆ ਭਰ ਦੇ ਵਿੱਚ ਹੀ ਇੱਕ ਲਹਿਰ ਆ ਜਿਹੜੀ ਗਲੋਬਲ ਕਾਰਪੋਰੇਟ ਦੇ ਖਿਲਾਫ ਆ, ਜਿਹੜੀ ਲੋਕਤੰਤਰੀ ਕਦਰਾਂ ਕੀਮਤਾਂ ਦੇ ਹੱਕ ਵਿੱਚ ਆ, ਜਿਹੜੀ ਮਨੁੱਖ ਦੀ ਕੁਦਰਤੀ ਢੰਗ ਦਾ ਜੀਵਨ ਜਾਚ ਆ ਉਹਦੇ ਹੱਕ ਵਿੱਚ ਆ। ਇਸ ਕਰਕੇ ਇਹ ਜਿਹੜਾ ਤਣਾਅ ਆ, ਇਹ ਸੰਘਰਸ਼ ਆ ਜਿਹੜਾ, ਇਹ ਲੰਮਾ ਚੱਲਣਾ ਹੈ ਅਤੇ ਇਹ ਲਟਕਣਾ ਹੈ। ਹੁਣ ਅਗਲੀ ਗੱਲ ਕਿ ਇਹਦਾ ਹਾਰ ਜਿੱਤ ਵਾਲਾ ਜਿਹੜਾ ਦੋ ਹਰਫੀ ਅਸੀਂ ਗੱਲ ਕਰਦੇ ਕਿ ਕੌਣ ਹਾਰੂਗਾ ਕੌਣ ਜਿੱਤੂਗਾ, ਕੀ ਸਰਕਾਰ ਅਖੀਰ ਵਾਪਸ ਲੈ ਜੂਗੀ। ਦੇਖੋ, ਜਿਹੜਾ ਇਸ ਦੇ ਮਾਮਲੇ 'ਚ ਅੱਜ ਕੁਝ ਕਹਿਣਾ ਬਹੁਤ ਮੁਸ਼ਕਿਲ ਹੈਗਾ, ਉਹਦਾ ਵੀ ਇੱਕ ਕਾਰਨ ਹੈ ਕਿ ਅੱਜ ਇਹਦਾ ਕਹਿਣਾ ਮੁਸ਼ਕਿਲ ਕਿਉਂ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹ ਇਤਿਹਾਸ ਦੇ ਵਿੱਚ ਸੋਚ ਵਿਚਾਰ ਕੇ ਨਹੀਂ ਕੀਤੀਆਂ ਜਾਂਦੀਆਂ। ਹੋ ਸਕਦਾ ਹੈਗਾ ਕਿ ਮੋਦੀ ਸਰਕਾਰ ਨੂੰ ਇਹ ਲੱਗਦਾ ਹੀ ਨਾ ਹੋਵੇ ਕਿ ਐਡਾ ਵੱਡਾ ਅੰਦੋਲਨ ਬਣੂਗਾ, ਅਤੇ ਜੇ ਹੱਲ ਕਰਨਾ ਹੁੰਦਾ ਤਾਂ ਪੰਜਾਬ ਵੇਲੇ ਤਾਂ ਬਹੁਤ ਛੋਟੀਆਂ ਗੱਲਾਂ 'ਤੇ ਹੀ ਹੱਲ ਹੋ ਜਾਣਾ ਸੀਗਾ। ਇਸੇ ਤਰ੍ਹਾਂ ਹੀ ਹੋ ਸਕਦਾ ਹੈਗਾ ਕਿ ਕਿਸਾਨਾਂ ਨੂੰ ਇਹ ਤਾਂ ਲੱਗਦਾ ਸੀਗਾ ਕਿ ਅਸੀਂ ਅੰਦੋਲਨ ਕਰਾਂਗੇ, ਪਰ ਇਹ ਅੰਦੋਲਨ ਇੰਨਾ ਵੱਡਾ ਹੋ ਜਾਊਗਾ, ਵਿਆਪਕ ਹੋ ਜਾਊਗਾ, ਅਤੇ ਇਹਨੂੰ ਇੰਨੀ ਸਪੋਰਟ ਮਿਲੂਗੀ ਸ਼ਾਇਦ ਕਿਸਾਨ ਲੀਡਰਸ਼ਿਪ ਨੇ ਵੀ ਨਾ ਸੋਚਿਆ ਹੋਵੇ। ਹੁਣ ਇਹਦਾ ਭਵਿੱਖ ਵਿੱਚ ਕੀ ਹੋਣਾ, ਮੈਨੂੰ ਇਹ ਲੱਗਦਾ ਹੈ ਕਿ ਜੇ ਤਾਂ ਸਰਕਾਰ ਨੇ ਇਹ ਵਾਪਸ ਲੈ ਲਏ ਕਾਨੂੰਨ, ਜਾਂ ਕਾਨੂੰਨ ਵਾਪਸੀ ਦੇ ਰਾਹ ਤੁਰ ਪਈ, ਕੋਈ ਉਹਦਾ ਆਲਟਰਨੇਟ ਮਾਡਲ ਕੱਢ ਲਿਆ, ਜਿਵੇਂ ਅਸੀਂ ਕਿ ਇੱਕ ਆਲਟਰਨੇਟ ਮਾਡਲ ਬਹੁਤ ਸਾਰੇ ਸਿਆਣੇ ਬੰਦੇ ਸੁਜੈਸਟ ਕਰਦੇ ਕਿ ਗੱਲਬਾਤ ਕਰ ਦਿੱਤੀ ਜਾਵੇ, ਸਾਰੇ ਨੌਜਵਾਨ ਰਿਹਾ ਕਰ ਦਿੱਤੇ ਜਾਣ, ਕੇਸ ਵਾਪਸ ਲੈ ਜਾਣ, ਦੁਬਾਰਾ ਫਿਰ ਗੱਲਬਾਤ ਦਾ ਗੇੜ ਚਲਾਇਆ ਜਾਵੇ। ਗੱਲਬਾਤ ਦੇ ਗੇੜ ਵਿੱਚ ਇਸ ਨੂੰ ਇੱਕ ਗੱਲ 'ਤੇ ਸਹਿਮਤੀ ਬਣਾ ਲਈ ਜਾਵੇ ਕਿ ਜਿੰਨੀ ਦੇਰ ਤੱਕ 4 ਜਾਂ 5 ਨੁਮਾਇੰਦੇ ਸਰਕਾਰ ਦੇ, 4 ਜਾਂ 5 ਨੁਮਾਇੰਦੇ ਜਿਹੜੇ ਉਹ ਕਿਸਾਨਾਂ ਦੇ, ਉਹ ਇਕੱਠੇ ਬੈਠਣ ਅਤੇ ਉਹਨਾਂ ਦੀ ਗੱਲਬਾਤ ਉਦੋਂ ਤੱਕ ਜਿੰਨਾ ਚਿਰ ਚੱਲਦੀ ਰਹਿੰਦੀ ਆ ਉਨੀ ਦੇਰ ਸਸਪੈਂਡ ਰਹਿਣ, ਇਹ ਕਾਨੂੰਨ ਲਾਗੂ ਨਾ ਹੋਣ। ਜਦੋਂ ਸਰਕਾਰ ਖੁਦ ਮੰਨੀ ਬੈਠੀ ਹੈ ਕਿ ਅਸੀਂ 1.5 ਸਾਲ ਲਈ ਸਸਪੈਂਡ ਕਰਨ ਨੂੰ ਤਿਆਰ ਹਾਂ, 1.5 ਸਾਲ ਲਈ ਸਸਪੈਂਡ ਕਰਨ ਦੀ ਬਜਾਏ ਉਹ ਕਹੇ ਕਿ ਜਦੋਂ ਤੱਕ 2/3 ਦੀ ਮੈਜੋਰਟੀ ਨਾਲ ਨਹੀਂ ਇਹਦਾ ਫੈਸਲਾ ਹੁੰਦਾ, 2/3 ਦੀ ਮੈਜੋਰਟੀ ਨਾਲ ਨਹੀਂ ਫੈਸਲਾ ਹੁੰਦਾ। ਇਹ ਨਹੀਂ ਕਿ ਇੱਕ ਵੋਟ ਤੋੜ ਲਈ, ਜੇ ਕਿਸਾਨਾਂ ਦੇ ਇਹ 4 ਜੋੜ ਲੈਣ ਅਤੇ ਮੁੜ ਕੇ 2/3 ਦੀ ਮੈਜੋਰਟੀ ਨਾਲ ਜਿਹੜਾ ਫੈਸਲਾ ਹੋਵੇ ਉਹ ਮੰਨ ਲੈਣ। ਇੱਕ ਤਾਂ ਇਹ ਵੇ ਆਊਟ ਆ, ਜਿਹੜਾ ਡੈਮੋਕ੍ਰੈਟਿਕ ਜਾਂ ਵੇ ਆਊਟ ਆ, ਜਿਹੜਾ ਚੱਲਦਾ ਵੇ ਆਊਟ ਆ। ਨਹੀਂ, ਹਾਲਤ ਇਹ ਲੱਗਦੀ ਹੈਗੀ ਆ ਕਿ ਸਰਕਾਰ ਨੂੰ ਇਹ ਜਾਪਦਾ ਹੈ ਕਿ ਅਸੀਂ ਆਪਣੇ ਜ਼ਬਰ ਨਾਲ ਕੇਸ ਪਾ ਕੇ, ਬਦਨਾਮ ਕਰਕੇ, ਦਬਾਅ ਪਾ ਕੇ ਅੰਦੋਲਨ ਨੂੰ ਹੌਲੀ ਹੌਲੀ ਖੀਨ ਕਰ ਦਾਂਗੇ ਜਾਂ ਖੰਡਾ ਦੇਵਾਂਗੇ। ਦੂਸਰੇ ਪਾਸੇ ਕਿਸਾਨਾਂ ਨੂੰ ਇਹ ਲੱਗਦਾ ਹੈ ਕਿ ਸਾਡਾ ਆਧਾਰ ਵੱਧ ਰਿਹਾ ਹੈਗਾ, ਨਵੇਂ ਏਰੀਆ 'ਚ ਸਾਡਾ ਗੱਲ ਜਾ ਰਹੀ ਹੈਗੀ ਆ, ਨਵੇਂ ਲੀਡਰ ਉੱਭਰ ਰਹੇ ਨੇ ਅਤੇ ਸਾਡੀ ਗੱਲ ਸੰਸਾਰ ਸੁਣ ਰਿਹਾ। ਇਸ ਸਥਿਤੀ ਦੇ ਵਿੱਚ ਜੇ ਦੋਵੇਂ ਧਿਰਾਂ ਇਉਂ ਹੀ ਜੁੜੀਆਂ ਰਹੀਆਂ, ਤਾਂ ਜਿਸ ਗੱਲ ਦਾ ਮੈਨੂੰ ਖਦਸ਼ਾ, ਜਿਸ ਗੱਲ ਦਾ ਡਰ ਆ, ਬਹੁਤ ਸਾਰੇ ਬੰਦੇ ਇਸ ਗੱਲ ਨੂੰ ਕਹਿਣੋਂ ਝਿਜਕਦੇ ਆ ਕਿ ਫਿਰ ਸਿਵਲ ਵਾਰ ਦੀ ਸਥਿਤੀ ਪੈਦਾ ਹੋ ਜੂਗੀ। ਸਿਵਲ ਵਾਰ ਆ ਜਿਹੜੀ, ਉਹ ਕਿਸੇ ਵੀ ਦੇਸ਼ ਲਈ ਚੰਗੀ ਨਹੀਂ ਹੁੰਦੀ। ਉਹਦੇ ਵਿੱਚ ਲੋਕ ਵੀ ਮਰਦੇ ਨੇ, ਜਾਂ ਲੋਕਾਂ ਦਾ ਆਰਥਿਕ ਨੁਕਸਾਨ ਵੀ ਹੁੰਦਾ, ਜਾਨ ਮਾਲ ਦਾ ਨੁਕਸਾਨ ਵੀ ਹੁੰਦਾ, ਉਹ ਕੋਈ ਚੰਗੀ ਗੱਲ ਨਹੀਂ। ਪਰ ਜਿਹੜਾ ਇਸ ਵੇਲੇ ਸਰਕਾਰ ਜਿਸ ਰਸਤੇ 'ਤੇ ਤੁਰੀ ਹੋਈ ਆ, ਉਹ ਤਾਂ ਸਮਝਦੀ ਹੈ ਕਿ ਮੈਂ ਬਹੁਤ ਸਖਤ ਹੈਗੀ ਆ, ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹਦੇ ਨਾਲ ਤਾਂ
ਜਿਹੜੇ ਭਾਰਤ ਦੇ ਨਾਗਰਿਕ ਨੇ, ਪੰਜਾਬ ਦੇ ਨਾਗਰਿਕ ਨੇ, ਉਹਨਾਂ ਵਿੱਚ ਵਿਗਾਨਗੀ ਦੀ ਭਾਵਨਾ ਆ ਰਹੀ ਆ। ਉਹਦੇ ਵਿੱਚ ਤਾਂ ਸਿਵਲ ਵਾਰ ਦਾ ਖਦਸ਼ਾ ਪੈਦਾ ਹੋ ਰਿਹਾ। ਜਦੋਂ ਤੁਸੀਂ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦੇ ਉੱਤੇ ਕਿਹਾ ਜਾ ਸਕਦਾ ਕਿ ਸਧਾਰਨ ਗੱਲਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਮੜੋਗੇ ਤਾਂ ਫਿਰ ਉਸ ਦੇਸ਼ ਨੂੰ ਕਿਹੜਾ ਨੌਜਵਾਨ ਆਪਣਾ ਕਹੂਗਾ? ਤਾਂ ਫਿਰ ਇਹ ਸਥਿਤੀ ਮਾੜੀ ਹੋਵੇਗੀ। ਇਸ ਤਰ੍ਹਾਂ ਜਾਪ ਰਿਹਾ। ਪ੍ਰੋਫੈਸਰ ਸਾਹਿਬ 26 ਜਨਵਰੀ ਦਾ ਪ੍ਰੋਗਰਾਮ ਦਿੱਤਾ ਸੀ ਕਿਸਾਨਾਂ ਨੇ ਕਿ ਵੀ ਟਰੈਕਟਰ ਮਾਰਚ ਕਰਾਂਗੇ, ਟਰੈਕਟਰ ਪਰੇਡ ਕਰਾਂਗੇ, ਜਿਹਦੇ ਵਿੱਚ ਲਾਲ ਕਿਲੇ ਤੇ ਉਹ ਇੱਕ ਹਿੰਸਕ ਘਟਨਾ ਵਾਪਰੀ ਸੀ ਜਿਸ ਤੋਂ ਬਾਅਦ ਰੋਸ ਸੀ ਕਿਸਾਨਾਂ ਦੇ ਵਿੱਚ। ਉਹ 26 ਦੀ ਸ਼ਾਮ ਨੂੰ ਆਪਾਂ ਸਾਰਿਆਂ ਨੇ ਸਿੰਘੂ ਬਾਰਡਰ ਤੇ ਦੇਖਿਆ ਕਿ ਸਥਿਤੀ ਇੱਕ ਵਾਰ ਤਣਾਅਪੂਰਨ ਹੋ ਗਈ ਸੀ। ਉਸ ਤੋਂ ਬਾਅਦ ਇੱਕ ਰੋਸ ਸੀ ਕਿਸਾਨਾਂ ਦੇ ਵਿੱਚ ਕਿ ਯਾਰ ਆਹ ਕੀ ਬਣ ਗਿਆ ਜੋ ਸੋਚਿਆ ਨਹੀਂ ਸੀ। ਤੇ ਹੁਣ ਫਿਰ ਰਕੇਸ਼ ਟਿਕੈਤ ਦਾ ਕਹਿਣਾ ਕਿ ਅਸੀਂ ਸੰਸਦ ਦਾ ਘਿਰਾਓ ਕਰਾਂਗੇ। ਜੋ ਫਿਰ ਇਹ ਫੈਸਲੇ ਨੇ ਫਿਲਹਾਲ ਵੈਸੇ ਸੰਯੁਕਤ ਮੋਰਚੇ ਨੇ ਕਿਸਾਨ ਆਗੂਆਂ ਨੇ ਇਸ ਬਾਰੇ ਕੋਈ ਗੱਲਬਾਤ ਹਜੇ ਕੀਤੀ ਨਹੀਂ ਹੈ। ਰਕੇਸ਼ ਟਿਕੈਤ ਦਾ ਕਹਿਣਾ ਕਿ ਸੰਸਦ ਦਾ ਘਿਰਾਓ ਕਰਾਂਗੇ। ਫਿਰ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਲੜਾਈ ਦੇ ਵਿੱਚ ਨਾ ਦੋਵੇਂ ਧਿਰਾਂ ਹੀ ਆਪਣਾ ਦਮਗਜ਼ੇ ਮਾਰਦੀਆਂ ਹੁੰਦੀਆਂ। ਕਦੇ ਮਾ ਕੇ ਕੋਈ ਕਿੱਲਾਂ ਗੁੱਡ ਦਿੰਦਾ, ਕਿਤੇ ਕੋਈ ਮਾ ਕੇ ਦੇਸ਼ ਧਰੋਹ ਦੇ ਕੇਸ ਦਰਜ ਕਰ ਦਿੰਦਾ। ਅਜਿਹੀਆਂ ਗੱਲਾਂ ਜੇ ਸਰਕਾਰ ਕਰਦੀ ਆ ਤਾਂ ਕਿਸਾਨ ਵੀ ਉਹਦੇ ਉਲਟੇ ਇਸ ਤਰ੍ਹਾਂ ਹੀ ਕਰਦੇ ਆ ਕਿ ਅਸੀਂ ਦਿੱਲੀ ਘੇਰ ਲਵਾਂਗੇ, ਅਸੀਂ ਸੰਸਦ ਘੇਰ ਲਵਾਂਗੇ, ਅਸੀਂ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ। ਇਹ ਵੀ ਇੱਕ ਤਰੀਕਾ ਹੁੰਦਾ ਹੈ ਕਿ ਇੱਕ ਲੜਾਈ ਆ ਜਿਹਨੂੰ ਕਹਿ ਸਕਦੇ ਹਾਂ ਕਿ ਸੜਕਾਂ 'ਤੇ ਲੜੀ ਜਾਂਦੀ ਹੈ। ਇੱਕ ਲੜਾਈ ਆ ਜਿਹੜੀ ਮਨੋਵਿਗਿਆਨਕ ਤੌਰ 'ਤੇ ਲੜੀ ਜਾਂਦੀ ਹੈ। ਇੱਕ ਲੜਾਈ ਆ ਜਿਹੜੀ ਸਾਈਬਰ ਸਪੇਸ 'ਤੇ ਲੜੀ ਜਾਂਦੀ ਹੈ। ਇਹ ਮਨੋਵਿਗਿਆਨਕ ਤੌਰ 'ਤੇ ਲੜਾਈ ਹੁੰਦੀ ਆ ਕਿ ਅਸੀਂ ਇਹ ਕਰ ਦਾਂਗੇ, ਅਸੀਂ ਇਹ ਕਰ ਦਾਂਗੇ। ਜਿੱਥੋਂ ਤੱਕ ਗੱਲ ਹੈਗੀ ਆ ਸੰਸਦ ਘੇਰਨ ਦੀ, ਤਾਂ ਮੈਂ ਫਿਰ ਇਹ ਕਹਿ ਸਕਦਾ ਕਿ ਜੇ ਅੱਜ ਦੀ ਦਿਹਾੜੀ ਦੇ ਵਿੱਚ ਇਹ ਕਿ ਕਿਸਾਨ ਸੰਸਦ ਘੇਰਨ ਦੀ ਪਹਿਲਾਂ ਵੀ ਜਿਹੜਾ ਲਾਲ ਕਿਲੇ ਦੇ ਵਿੱਚ ਲਾਲ ਕਿਲਾ ਨਾ ਕਹੀਏ, ਦਿੱਲੀ ਦੇ ਵਿੱਚ ਜਿਹੜੇ ਟਰੈਕਟਰ ਪਰੇਡ ਕਰਨ ਦਾ ਬ੍ਰੇਨ ਚਾਈਲਡ ਵੀ ਇਹ ਰਕੇਸ਼ ਟਿਕੈਤ ਦਾ ਹੀ ਸੀ। ਉਹਨੇ ਹੀ ਪਹਿਲੀ ਵਾਰੀ ਇਹ ਗੱਲ ਕਹੀ ਸੀਗੀ। ਬਾਅਦ ਦੇ ਵਿੱਚ ਸੰਯੁਕਤ ਮੋਰਚੇ ਨੇ ਉਹਨੂੰ ਪ੍ਰਵਾਨ ਕਰ ਲਿਆ ਸੀ। ਹੁਣ ਵੀ ਜੇ ਸੰਸਦ ਘੇਰਨ ਦੀ ਗੱਲ ਆਊਗੀ ਤੇ ਜੇ ਇਹਨੂੰ ਸੰਯੁਕਤ ਮੋਰਚਾ ਪ੍ਰਵਾਨ ਕਰ ਲੂਗਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਆ ਜਿਹੜੀ ਉਹ ਸਿਵਲ ਵਾਰ ਵੱਲ ਵੱਧ ਰਹੀ ਆ। ਫਿਰ ਇਹਦਾ ਮਤਲਬ ਸਿਵਲ ਵਾਰ ਵੱਲ ਵੱਧ ਰਹੀ ਹੈ। ਗੱਲ ਕਹਿਣੀ ਬਹੁਤ ਮੈਨੂੰ ਔਖੀ ਲੱਗ ਰਹੀ ਹੈ, ਮੈਨੂੰ ਚੰਗੀ ਨਹੀਂ ਲੱਗ ਰਹੀ, ਪਰ ਸਥਿਤੀ ਇਸ ਪਾਸੇ ਵੱਲ ਜਾ ਰਹੀ ਹੈਗੀ। ਜਿੱਥੋਂ ਤੱਕ ਹੈਗਾ ਕਿ ਸੰਸਦ ਨੂੰ ਜੇ ਘੇਰਨ ਦੇ ਲਈ ਲੋਕ ਤੁਰਨਗੇ ਤਾਂ ਦੋ ਹੀ ਤਰੀਕੇ ਹੈਗੇ ਆ। ਜਾਂ ਤਾਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਹੀ ਕਰਟੇਲ ਕਰਕੇ ਰੱਖਿਆ ਜਾਊਗਾ, ਮੈਂ ਕਿ ਉਹਨਾਂ ਨੂੰ ਮੁੱਖ ਰਾਹਾਂ 'ਤੇ ਚੜ੍ਹਨ ਹੀ ਨਹੀਂ ਦਿੱਤਾ ਜਾਊਗਾ, ਉੱਥੇ ਟਕਰਾਓ ਹੋਣੇ ਸ਼ੁਰੂ ਹੋ ਜਾਣਗੇ। ਤਾਂ ਫਿਰ ਤਾਂ ਕਹਿ ਲਓ ਕਿ ਸਥਾਨਕ ਪੱਧਰ 'ਤੇ ਲੜਾਈ ਸ਼ੁਰੂ ਹੋ ਗਈ। ਜੇ ਦਿੱਲੀ ਆ ਗਏ, ਜੇ ਉਹਨੇ ਕਿਹਾ ਕਿ ਰਕੇਸ਼ ਟਿਕੈਤ ਦਾ ਬਿਆਨ ਸੀ ਕਿ 4 ਲੱਖ ਨਹੀਂ 40 ਲੱਖ ਟਰੈਕਟਰ ਲੈ ਕੇ ਆਵਾਂਗੇ, 40 ਲੱਖ ਟਰੈਕਟਰ ਜੇ ਇੱਕ ਵਾਰ ਸੜਕਾਂ 'ਤੇ ਆ ਗਿਆ ਤਾਂ ਇਹਦਾ ਮਤਲਬ ਤਾਂ ਕਿ ਦਿੱਲੀ ਦਾ ਜਿਹਨੂੰ ਕਹਿੰਦੇ ਆ ਕਿ ਰੋਟੀ ਪਾਣੀ ਬੰਦ। ਅਤੇ ਇਹਦਾ ਮਤਲਬ ਤਾਂ ਇਹ ਹੀ ਆ ਕਿ ਨਾ ਬਾਹਰੋਂ ਸਪਲਾਈ ਜਾ ਸਕੂਗੀ। ਉਹ ਦੁੱਧ 'ਤੇ ਵੀ ਬਾਹਰ 'ਤੇ ਆਸ਼ਰਿਤ ਆ, ਉਹ ਸਬਜ਼ੀ 'ਤੇ ਵੀ ਬਾਹਰ 'ਤੇ ਆਸ਼ਰਿਤ ਹੈਗੀ ਆ। ਸਪਲਾਈ ਲਾਈਨ ਹੀ ਟੁੱਟ ਜੂਗੀ ਜੇ ਇੰਨੇ ਬੰਦੇ ਪਹੁੰਚ ਗਏ। ਮੈਨੂੰ ਲੱਗਦਾ ਕਿ ਹਜੇ ਵੀ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਹੱਠ ਧਰਮੀ ਛੱਡਣੀ ਚਾਹੀਦੀ ਆ। ਸਰਕਾਰ ਸਿਰਫ ਵੋਟਾਂ ਦੇ ਵਿੱਚ ਜਿੱਤ ਅਤੇ ਵੋਟਾਂ ਦੀ ਗਿਣਤੀ ਵੱਲ ਹੀ ਧਿਆਨ ਦੇ ਰਹੀ ਆ, ਦੇਸ਼ ਵੱਲ ਅਤੇ ਦੇਸ਼ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਜਿਵੇਂ ਪ੍ਰੋਫੈਸਰ ਸਾਹਿਬ ਮੈਂ ਓਪਨਿੰਗ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਜੇਕਰ ਬੀਜੇਪੀ ਸਰਕਾਰ ਇਹਨਾਂ ਕਾਨੂੰਨਾਂ ਨੂੰ ਖਾਰਜ ਕਰ ਦਿੰਦੀ ਹੈ, ਰੱਦ ਕਰ ਦਿੰਦੀ ਹੈ, ਤਾਂ ਬੀਜੇਪੀ ਸਰਕਾਰ ਨੂੰ ਕੀ ਨੁਕਸਾਨ ਹੈ? ਦੇਖੋ, ਬੀਜੇਪੀ ਸਰਕਾਰ ਨੂੰ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਕਿ ਉਹਨੇ ਕਾਰਪੋਰੇਟਸ ਤੋਂ ਫੰਡ ਲਏ ਹੋਏ ਆ। ਗਲੋਬਲ ਕਾਰਪੋਰੇਟ ਨਾਲ ਉਹਨੇ ਯਾਰੀ ਪਾਈ ਹੋਈ ਆ। ਉਹ ਚਾਹੇ ਰਫੇਲ ਦਾ ਸੌਦਾ ਹੋਵੇ ਅਤੇ ਚਾਹੇ ਅੰਬਾਨੀ ਅਡਾਨੀ ਨਾਲ ਗੈਸਾਂ ਦਾ ਸੌਦਾ ਹੋਵੇ ਅਤੇ ਚਾਹੇ ਉਹ ਜਿਹਨੂੰ ਕਹਿ ਸਕਦੇ ਹਾਂ ਅਨਾਜ ਦੇ ਸੈਲੋ ਬਣਾਉਣ ਦਾ ਸੌਦਾ ਹੋਵੇ। ਉਹਨਾਂ ਦਾ ਲਗਾਤਾਰ ਦਬਾਓ ਆ ਇੱਕ ਕਾਰਨ ਕਾਰਪੋਰੇਟੀ ਦਾ। ਦੂਸਰਾ ਜਿਹੜਾ ਹੈਗਾ ਕਿ ਪੋਲੀਟੀਕਲੀ ਉਹਨੂੰ ਇਹ ਲੱਗ ਰਿਹਾ ਹੈਗਾ ਕਿ ਜੇ ਮੈਂ ਇਸ ਤੋਂ ਪਿੱਛੇ ਹਟਦਾ ਅਤੇ ਜਿਹੜੀਆਂ ਹੁਣ 5 ਸਟੇਟਸ ਦੇ ਵਿੱਚ ਚੋਣਾਂ ਹੋਣਗੀਆਂ ਤਾਂ ਉੱਥੇ ਇਹ ਹੋਊਗਾ ਕਿ ਬੀਜੇਪੀ ਆਪਣਾ ਰਾਜ ਜਾਂ ਆਪਣੇ ਵਾਅਦੇ ਜਾਂ ਆਪਣਾ ਜਿਹੜਾ ਨਿਯਮ ਆ ਉਹਨੂੰ ਠੀਕ ਢੰਗ ਨਾਲ ਲਾਗੂ ਨਹੀਂ ਕਰ ਸਕੀ। ਤਾਂ ਬੀਜੇਪੀ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ। ਹੁਣ ਅਗਲੀ ਜਿਹੜੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਕਿ ਜੇ ਇਹ ਅੰਦੋਲਨ ਦਾ ਦਬਾਅ ਵੱਧਦਾ ਗਿਆ ਤਾਂ ਬੀਜੇਪੀ ਦੇ ਵਿੱਚ ਵੀ ਦੋ ਧੜੇ ਪੈਦਾ ਹੋਣਗੇ। ਜੇ ਕਿਸਾਨਾਂ ਦੇ ਵਿੱਚ ਦੋ ਧੜੇ ਪੈਦਾ ਹੋ ਗਏ ਨਾ, ਇੱਕ ਤੱਤਾ ਧੜਾ ਅਤੇ ਇੱਕ ਨਰਮ ਧੜਾ, ਤਾਂ ਜਿਹਨੂੰ ਕਹਿ ਸਕਦੇ ਹਾਂ ਕਿ ਦੇਸ਼ ਦੇ ਰਾਜ ਕਰ ਰਹੀ ਪਾਰਟੀ ਦੇ ਵਿੱਚ ਵੀ ਦੋ ਧੜੇ ਪੈਦਾ ਹੋਣਗੇ। ਹਾਂ, ਇਹ ਨਹੀਂ ਕਿ ਅਟਲ ਬਿਹਾਰੀ ਵਾਜਪਾਈ ਜਾਂ ਜਿਹੜਾ ਅਡਵਾਨੀ ਆ ਉਹਦਾ ਗਰੁੱਪ ਕਿਤੇ ਚਲਿਆ ਗਿਆ, ਹਾਜ਼ਰ ਆ ਉਹ ਵੀ। ਅਤੇ ਇੱਕ ਇਹ ਵੀ ਕਿ ਦੂਸਰੇ ਪਾਸੇ ਜਿਹੜੇ ਕੱਟੜ ਧੜਾ ਜਿਹਨੂੰ ਕਹਿੰਦੇ ਆ ਕਿ ਸ਼ੁੱਧ RSS ਦੇ ਅਨੁਸਾਰੀ ਚੱਲਣ ਵਾਲਾ ਧੜਾ, ਉਹ ਵੀ ਵਿੱਚ ਬੈਠਾ। ਤਾਂ ਇਹ ਜਿਹੜੇ ਦੋਵੇਂ ਧੜੇ ਆ ਬੀਜੇਪੀ ਦੇ ਵਿੱਚ ਵੀ ਜਲਦੀ ਹੀ ਇਹ ਫੁੱਟ ਸਾਹਮਣੇ ਆਊਗੀ, ਕਿਉਂਕਿ ਇਹ ਦਬਾਓ ਬਣਦਾ ਜਾ ਰਿਹਾ। ਤੁਸੀਂ ਪੰਜਾਬ ਦੇ ਵਿੱਚ ਵੀ ਵੇਖਿਆ ਹੋਣਾ ਕਿ 3-4 ਲੀਡਰ ਤਾਂ ਪੱਕੇ ਖੜ੍ਹ ਗਏ ਬੀਜੇਪੀ ਦੀ ਸੈਂਟਰਲ ਲੀਡਰਸ਼ਿਪ ਨਾਲ, ਬਾਕੀ ਜਾਂ ਭੱਜ ਗਏ ਜਾਂ ਚੁੱਪ ਕਰ ਗਏ। ਆਈ ਹਰਿਆਣੇ ਦੇ ਵਿੱਚ ਹੋ ਰਿਹਾ।
ਇਹ ਵਰਤਾਰਾ ਜਿਹੜਾ ਹਜੇ ਤਾਂ ਉਹਦੇ ਕੋਲੇ ਕੇਂਦਰ 'ਚ ਸਰਕਾਰ ਹੋਣ ਕਰਕੇ ਨਹੀਂ ਤਾਂ ਸਰਕਾਰ ਵੱਡੇ ਪੱਧਰ ਤੇ ਚੱਲੂਗਾ। ਯੂਪੀ ਆ ਜਿਹੜਾ ਉਹ ਹੌਟ ਸਪੌਟ ਬਣਨ ਦੀ ਸੰਭਾਵਨਾ ਲੱਗ ਰਹੀ ਆ, ਕਿਉਂਕਿ ਯੂਪੀ ਦੇ ਵਿੱਚ ਸੀਟਾਂ ਬਹੁਤ ਨੇ। ਯੂਪੀ ਜਿਹੜੀ ਜਿਹਨੂੰ ਕਹਿ ਸਕਦੇ ਹਾਂ ਸ਼ੁੱਧ ਕਾਓ ਜਾਂ ਹਿੰਦੀ ਬੈਲਟ ਹੈਗੀ ਆ, ਕਿ ਜਿਹਦੇ ਵਿੱਚ ਵੱਡੀ ਪੱਧਰ ਤੇ ਜਿਹੜੇ ਹਿੰਦੂ ਵੋਟ ਆ ਉਹਨੂੰ ਜਿਹੜਾ ਕੰਸੋਲੀਡੇਟ ਕਰ ਜੇ ਉਹ ਦੇਸ਼ ਦੇ ਵਿੱਚ ਰਾਜ ਕਰਦਾ ਆਮ ਕਰਕੇ ਮੰਨਿਆ ਜਾਂਦਾ। ਅਤੇ ਉੱਥੇ ਮਤਲਬ ਕਿ ਜਿਹੜੇ ਯੋਗੀ ਦਾ ਟਾਈਮ ਪੂਰਾ ਹੋਣ ਵਾਲਾ ਉਸ ਤੋਂ ਬਾਅਦ ਕੀ ਬਣਦਾ, ਇਸ ਕਰਕੇ ਯੂਪੀ ਦੀਆਂ ਚੋਣਾਂ ਤੋਂ ਪਹਿਲਾਂ ਇਹ ਮਹੱਤਵਪੂਰਨ ਗੱਲ ਆ। ਜੇ ਨਰੇਸ਼ ਟਕੈਤ ਦਾ ਇਹ ਬਿਆਨ ਆ ਕਿ ਅਸੀਂ ਇਹ ਅੰਦੋਲਨ 2 ਅਕਤੂਬਰ ਤੱਕ ਚਲਾਵਾਂਗੇ, ਜੇ ਨਰੇਸ਼ ਟਕੈਤ ਦਾ ਇਹ ਬਿਆਨ ਹੈਗਾ ਕਿ ਜਿਸ ਦੇ ਵਿੱਚ ਉਹ ਕਹਿ ਰਿਹਾ ਹੈਗਾ ਕਿ ਅਸੀਂ ਪਿਛਲੀ ਵਾਰੀ ਬੀਜੇਪੀ ਨੂੰ ਵੋਟਾਂ ਪਾ ਕੇ ਅਜੀਤ ਸਿੰਘ ਨੂੰ ਵੋਟਾਂ ਪਾ ਕੇ ਚੌਧਰੀ ਚਰਨ ਸਿੰਘ ਜਿਹੜਾ ਕਿਸਾਨ ਨੇਤਾ ਸੀ ਉਹਦੇ ਬੇਟੇ ਨੂੰ ਵੋਟਾਂ ਪਾ ਕੇ ਜਿਹੜੀ ਅਸੀਂ ਗਲਤੀ ਕੀਤੀ ਆ ਉਹਦਾ ਮੈਂ ਪਛਤਾਚਾਪ ਕਰ ਰਿਹਾ। ਅਤੇ ਉੱਥੋਂ ਫਿਰ ਇਹ ਲੱਗਦਾ ਹੈਗਾ ਕਿ ਯੂਪੀ ਦੇ ਵਿੱਚ ਇੱਕ ਵੱਡਾ ਸਟੋਰਮ ਆਉਣ ਵਾਲਾ ਹੈ ਅਤੇ ਉਹ ਜਿਹੜਾ ਸਟੋਰਮ ਹੈਗਾ ਉਹ ਬੀਜੇਪੀ ਨੂੰ ਲੈ ਡੁੱਬੇਗਾ। ਮੈਨੂੰ ਇਹ ਲੱਗ ਰਿਹਾ ਹੈਗਾ ਕਿ ਬੀਜੇਪੀ ਸਮਝ ਨਹੀਂ ਰਹੀ ਕਿ ਉਹੋ ਜਿਹੀਆਂ ਗਲਤੀਆਂ ਕਰ ਰਹੀ ਆ ਜਿਹੋ ਜਿਹੀਆਂ ਗਲਤੀਆਂ ਕਾਂਗਰਸ ਨੇ ਪਹਿਲਾਂ ਐਮਰਜੈਂਸੀ ਲਾ ਕੇ ਅਤੇ ਮੁੜ ਕੇ ਬਲੂ ਸਟਾਰ ਆਪਰੇਸ਼ਨ ਕਰਕੇ ਕੀਤੀਆਂ ਸੀਗੀਆਂ। ਉਹ ਦੋਵੇਂ ਗਲਤੀਆਂ ਸਭ ਨੂੰ ਦਿਖ ਰਿਹਾ ਸੀ ਕਿ ਇਹ ਗਲਤੀਆਂ ਹੈਗੀਆਂ। 75 ਤੋਂ ਲੈ ਕੇ 84 ਤੱਕ ਜਿਹੜਾ ਕਾਂਗਰਸ ਪਾਰਟੀ ਨੇ ਆਪਣਾ ਰਵੱਈਆ ਰੱਖਿਆ ਸੀ ਉਹਦੇ ਸਿੱਟੇ ਵਜੋਂ ਕਾਂਗਰਸ ਦੇਸ਼ 'ਚੋਂ ਸਫਾਇਆ ਹੋਇਆ। ਤਾਂ ਹੁਣ ਇਹ ਜਾਪ ਰਿਹਾ ਕਿ ਜਿਹੜੀਆਂ ਮੋਦੀ ਦੀਆਂ ਹੁਣ ਦੀਆਂ ਨੀਤੀਆਂ ਇਹ ਬੀਜੇਪੀ ਦਾ ਸਫਾਏ ਦਾ ਆਰੰਭ ਕਰਨਗੀਆਂ। ਪ੍ਰੋਫੈਸਰ ਸਾਹਿਬ ਤੁਸੀਂ ਯੂਪੀ ਅਤੇ ਹਰਿਆਣਾ ਦੀ ਗੱਲ ਕੀਤੀ। ਹਰਿਆਣਾ ਦੇ ਮੰਤਰੀ ਵੱਲੋਂ JP ਦਲਾਲ ਵੱਲੋਂ ਕਿਸਾਨਾਂ ਪ੍ਰਤੀ ਇੱਕ ਮੰਦਭਾਗਾ ਬਿਆਨ ਦਿੱਤਾ ਗਿਆ ਸੀ ਉਹਨਾਂ ਮੌਤਾਂ ਨੂੰ ਲੈ ਕੇ, ਅਤੇ ਇੱਕ ਨਰਿੰਦਰ ਤੋਮਰ ਦਾ ਬਿਆਨ ਆਉਣਾ ਕਿ ਭੀੜਾਂ ਇਕੱਠੀਆਂ ਕਰਨ ਨਾਲ ਕਾਨੂੰਨ ਵਾਪਸ ਨਹੀਂ ਹੋਣੇ। ਕੀ ਇਹ ਜੋ ਨਰਿੰਦਰ ਤੋਮਰ ਹੋਣੀ ਹੋ ਗਏ ਅਤੇ JP ਦਲਾਲ ਹੋਣੀ ਹੋ ਗਏ, ਕੀ ਇਹ ਗਰਾਊਂਡ ਲੈਵਲ 'ਤੇ ਜੋ ਸਿੰਘੂ ਬਾਰਡਰ ਦੀ ਸਥਿਤੀ ਹੈ ਕਿਸਾਨਾਂ ਦੀ ਉਹ ਜਾਣਦੇ ਨਹੀਂ, ਉੱਥੇ ਕਿੰਨਾ ਕੁ ਇਕੱਠ ਹੈ, ਜਾਂ ਫਿਰ ਜਾਣ ਬੁੱਝ ਕੇ ਇਹ ਬਿਆਨ ਦਿੰਦੇ ਨੇ? ਇਹ ਉਹ ਬਿਲਕੁਲ ਜਾਣ ਬੁੱਝ ਕੇ ਬਿਆਨ ਦਿੰਦੇ ਆ। ਜੇ ਟਕੈਤ ਸਾਹਿਬ ਇਹ ਕਹਿ ਰਿਹਾ ਕਿ 40 ਲੱਖ ਟਰੈਕਟਰ ਲੈ ਕੇ ਮੈਂ ਸੰਸਦ ਘੇਰਨ ਆ ਰਿਹਾ, ਨਿਸ਼ਚੈ ਹੀ ਮੈਂ ਕਿ 40 ਲੱਖ ਬਹੁਤ ਹੁੰਦੇ ਆ। 40 ਲੱਖ ਟਰੈਕਟਰ ਲੈ ਕੇ ਸੱਚਮੁੱਚ ਸੰਸਦ ਘੇਰਨੀ ਕਾਫੀ ਮੁਸ਼ਕਲ ਕੰਮ ਹੈਗਾ, ਪਰ ਬਿਆਨ ਦੇਤਾ, ਇਹਦਾ ਮਤਲਬ ਉਹਦੀ ਕੋਈ ਤਿਆਰੀ ਵੀ ਹੋਊਗੀ। ਜਿਹੜਾ ਇਹ ਦਲਾਲ ਹੋਰਾਂ ਦਾ ਬਿਆਨ ਆ ਇਹ ਤਾਂ ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਇਹ ਹੋ ਗਿਆ ਕਿ ਜਿਵੇਂ ਮਾਈਕ ਦੇ ਵਿੱਚ ਬੋਲਦੇ ਆ ਅਤੇ ਮਗਰ ਇੱਕੋ ਗੂੰਜਦੀ ਹੁੰਦੀ ਆ। ਉਹ ਤਾਂ ਇੱਕ ਜੋ ਪ੍ਰਧਾਨ ਮੰਤਰੀ ਕਹੀ ਜਾਂਦਾ, ਜੋ ਅਮਿਤ ਸ਼ਾਹ ਕਹੀ ਜਾਂਦਾ, ਉਹੀ ਗੱਲ ਉਹ ਦੁਹਰਾਈ ਜਾਂਦੇ ਆ। ਨਰਿੰਦਰ ਤੋਮਰ ਦਾ ਤਾਂ ਮੈਨੂੰ ਕਈ ਵਾਰ ਇਹ ਵੀ ਲੱਗਦਾ ਹੈਗਾ ਕਿ ਸ਼ਾਇਦ ਨਰਿੰਦਰ ਤੋਮਰ ਕੋਲ ਪਾਵਰ ਵੀ ਨਹੀਂ ਆ ਕੁਛ ਡਿਸਾਈਡ ਕਰਨ ਦੀ, ਕਿਉਂਕਿ ਜਦੋਂ ਕਿਸਾਨਾਂ ਨਾਲ ਉਹ ਗੱਲਬਾਤ ਕਰਦਾ ਪਿਛਲੇ ਸਮੇਂ ਦੇ ਵਿੱਚ ਤਾਂ ਵਾਰ-ਵਾਰ ਉਹ ਬਾਹਰ ਜਾ ਕੇ ਫੋਨ ਕਰਨਾ ਪੈਂਦਾ। ਇਹਦਾ ਮਤਲਬ ਉਹਦਾ ਬੌਸ ਕੋਈ ਹੋਰ ਆ, ਜਾਂ ਤਾਂ ਅਮਿਤ ਸ਼ਾਹ ਨੂੰ ਫੋਨ ਕਰਦਾ, ਜਾਂ ਮੋਦੀ ਨੂੰ ਫੋਨ ਕਰਦਾ, ਜਾਂ ਬਾਨੀ ਡਾਨੀ ਨੂੰ ਫੋਨ ਕਰਦਾ ਹੋਊਗਾ। ਇੱਥੋਂ ਸਥਿਤੀ ਇਹ ਜਾਪ ਰਹੀ ਹੈਗੀ ਆ ਕਿ ਉਹਨਾਂ ਦੇ ਬਿਆਨਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਗਾ। ਅਤੇ ਇਹ ਬਿਆਨ ਇੱਕ ਗੱਲ ਜ਼ਰੂਰ ਹੈਗੀ ਆ ਕਿ ਕਿਸਾਨਾਂ ਨੂੰ ਇਕਜੁੱਟ ਕਰਨ ਵਿੱਚ, ਜਾਂ ਕਹਿ ਲਓ ਕਿਸਾਨਾਂ ਨੂੰ ਉਲਟ ਰੁਖ ਭੜਕਾਉਣ ਵਿੱਚ ਜ਼ਰੂਰ ਇਹ ਸਹਾਇਤਾ ਕਰ ਸਕਦੇ ਆ। ਪ੍ਰੋਫੈਸਰ ਸਾਹਿਬ ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਵੀ ਕਾਰਪੋਰੇਟ ਹਾਊਸ ਦਾ ਗਲਬਾ ਭਾਰੀ ਹੈ ਸਰਕਾਰ ਦੇ ਉੱਤੇ, ਤਾਂ ਫਿਰ ਜਦੋਂ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੁਆਰਾ ਸਰਕਾਰ ਚੁਣੀ ਗਈ ਹੈ ਅਤੇ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਲਈ ਸਰਕਾਰ ਚੁਣੀ ਜਾਂਦੀ ਹੈ, ਤਾਂ ਸਰਕਾਰ ਵੱਲੋਂ ਫਿਰ ਕਾਰਪੋਰੇਟ ਹਾਊਸ ਦਾ ਇੰਨੇ ਵੱਡੇ ਪੱਧਰ 'ਤੇ ਜਾ ਕੇ ਇੱਕ ਪ੍ਰਭਾਵ ਕਬੂਲਣਾ ਅਤੇ ਉਹਨਾਂ ਦੀ ਗੱਲ ਮੰਨਣੀ, ਦੇਸ਼ ਨੂੰ ਮਰਨ ਲਈ ਛੱਡ ਦੇਣਾ, ਤਾਂ ਫਿਰ ਇਹ ਇੱਕ ਡੈਮੋਕ੍ਰੇਸੀ ਦੇ ਵਿੱਚ, ਲੋਕਤੰਤਰ ਦੇ ਵਿੱਚ ਜਗੀਰਦਾਰੀ ਸਿਸਟਮ ਤੁਸੀਂ ਖੜਾ ਕਰ ਰਹੇ ਹੋ ਅਤੇ ਲੋਕਾਂ ਲਈ ਜੋ ਖਾਤਮੇ ਵੱਲ, ਲੋਕਾਂ ਨੂੰ ਖਾਤਮੇ ਵੱਲ ਲੈ ਕੇ ਜਾਊਗਾ। ਦੂਜੇ ਪਾਸੇ ਇੱਕ ਤੁਸੀਂ ਅਣਐਲਾਨੀ ਐਮਰਜੈਂਸੀ ਲਾ ਰਹੇ ਹੋ, ਦੇਸ਼ ਦੇ ਮੀਡੀਆ 'ਤੇ ਵੀ ਤੁਸੀਂ ਕਾਬਜ਼ ਹੋ ਰਹੇ ਹੋ, ਮੀਡੀਆ ਨੂੰ ਤੁਸੀਂ ਬੋਲਣ ਦੀ ਆਜ਼ਾਦੀ ਵੀ ਦਿੰਦੇ ਰਹੇ। ਤੁਸੀਂ ਦੇਖਿਆ ਮਨਦੀਪ ਪੁਨੀਆ ਹੋ ਰਹੇ, ਦਿਸ਼ਾ ਰਵੀ ਹੋਣੇ ਚੱਕ ਕੇ ਗ੍ਰਿਫਤਾਰ ਕੀਤੇ ਗਏ, ਇਹ ਇੱਕ ਟੂਲ ਕਿੱਟ ਦਾ ਮਾਮਲਾ ਬਣਾ ਕੇ, ਟੂਲ ਕਿੱਟ ਕੀ ਸੀ ਉਹ, ਕੁਛ ਵੀ ਮਾਮਲਾ ਨਹੀਂ ਸੀ ਉਹ। ਤਾਂ ਫਿਰ ਇਹ ਦੇਸ਼ ਦੇ ਹਾਲਾਤ, ਇਹ ਦੇਸ਼ ਨੂੰ ਲੈ ਕੇ ਕਿਸ ਪਾਸੇ ਵੱਲ ਜਾਣਗੇ? ਜਿਸ ਤੱਕ ਇਹ ਬਹੁਤ ਪੁਰਾਣੀ ਗੱਲ ਹੋ ਗਈ ਹੈਗੀ ਆ ਕਿ ਬਈ ਕਿਸੇ ਲੋਕਤੰਤਰ ਦੇ ਵੀ 3 ਥੰਮ ਹੁੰਦੇ ਆ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਵਿਧਾਨਪਾਲਿਕਾ। ਪਰ ਅੱਜ ਕੱਲ੍ਹ ਇਹ ਮੰਨਿਆ ਜਾਂਦਾ ਹੈਗਾ ਕਿ ਜਿਹੜਾ ਚੌਥਾ ਥੰਮ ਹੈਗਾ, ਜਿਹਨੂੰ ਮੀਡੀਆ ਕਿਹਾ ਜਾਂਦਾ, ਜਿਹਨੂੰ ਪ੍ਰੈਸ ਕਿਹਾ ਜਾਂਦਾ, ਸਭ ਤੋਂ ਸ਼ਕਤੀਸ਼ਾਲੀ ਹੈ। ਪਰ ਇਸ ਵੇਲੇ ਜਿਹੜਾ ਸਭ ਤੋਂ ਵੱਧ ਸੰਕਟ ਦੇ ਵਿੱਚ ਹੈਗੀ ਉਹ ਪ੍ਰੈਸ, ਅਤੇ ਪ੍ਰੈਸ 'ਤੇ ਹੀ ਸਭ ਤੋਂ ਵੱਧ ਦਬਾਓ ਆ। ਹਾਲਤ ਇਹ ਹੋਈ ਪਈ ਆ, ਇੱਕ ਪਾਸੇ ਤਾਂ ਜਿਹਨੂੰ ਕਹਿੰਦੇ ਆ ਵੀ ਮੋਦੀ ਮੀਡੀਆ ਜਾਂ ਗੋਦੀ ਮੀਡੀਆ, ਉਹ ਇੱਕ ਰੂਪ ਹੋਇਆ ਪਿਆ ਅਤੇ ਉਹ ਸਰਕਾਰੀ ਰੂਪ ਹੀ ਹੋ ਗਿਆ ਹੈਗਾ। ਦੂਜੇ ਪਾਸੇ ਜਿਹਨੂੰ ਕਿਹਾ ਜਾ ਸਕਦਾ ਕਿ ਆਲਟਰਨੇਟ ਜਿਹੜਾ ਮੀਡੀਆ, ਚਾਹੇ ਉਹ ਵੈੱਬ ਚੈਨਲਸ ਦੇ ਰਾਹੀਂ ਆ, ਚਾਹੇ YouTube ਚੈਨਲਸ ਦੇ ਰਾਹੀਂ ਆ, ਚਾਹੇ ਉਹ ਅਦਰ ਆਲਟਰਨੇਟ ਮੀਡੀਆ ਨੂੰ ਵਰਤ ਰਿਹਾ, ਉਹਦਾ ਰੋਲ ਮਹੱਤਵਪੂਰਨ ਹੁੰਦਾ ਜਾਂਦਾ। ਇੱਕ ਤਰ੍ਹਾਂ ਨਾਲ ਇਹ ਕਿਹਾ ਜਾ ਸਕਦਾ ਕਿ ਮੁੱਖ ਧਾਰਾ ਦੇ ਭਾਰਤੀ ਮੀਡੀਆ ਦੇ ਵੱਡੇ ਹਿੱਸੇ ਨੇ ਤਾਂ ਆਪਣੀ ਕ੍ਰੈਡੀਬਿਲਿਟੀ ਗਵਾ ਦਿੱਤੀ ਹੈ, ਅਤੇ ਇਹ ਜਿਹੜੀ ਕ੍ਰੈਡੀਬਿਲਿਟੀ ਗਵਾ ਦਿੱਤੀ ਆ, ਇਹਦਾ ਲੰਮੇ ਸਮੇਂ ਲਈ ਨੁਕਸਾਨ ਤਾਂ ਸਾਰੇ ਮੀਡੀਆ ਲਈ ਹੋਣਾ,
ਪਰ ਲੋਕਤੰਤਰ ਲਈ ਬਹੁਤ ਵੱਡਾ ਨੁਕਸਾਨ ਆ। ਲੋਕਤੰਤਰ ਦੇ ਵਿੱਚ ਜੇ ਤੁਸੀਂ ਵਿਰੋਧ ਦੀ ਵਾਇਸ ਨੂੰ ਸੁਣਨਾ ਹੀ ਬੰਦ ਕਰ ਦਿਓਗੇ ਤਾਂ ਅੰਦਰੇ ਅੰਦਰ ਕੀ ਹੋਊਗਾ। ਆਮ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇ ਪ੍ਰੈਸ਼ਰ ਕੁੱਕਰ ਦੀ ਜਿਹੜੀ ਸੀਟੀ ਆ ਉਹਦੇ 'ਚ ਜੇ ਕੋਈ ਦਾਣਾ ਫਸ ਜਾਏ ਤਾਂ ਸਾਰਾ ਕੁੱਕਰ ਫਟ ਜਾਂਦਾ ਅਤੇ ਸੀਟੀ ਹੁੰਦੀ ਇਸ ਲਈ ਆ ਕਿ ਵਿੱਚੋਂ ਕੁਝ ਨਿਕਲਦਾ ਰਹੇ। ਤਾਂ ਜੇ ਮਤਲਬ ਕਿ ਲੋਕਾਂ ਦੇ ਮਨਾਂ ਨੂੰ, ਜਜ਼ਬਾਤਾਂ ਨੂੰ, ਲੋਕਾਂ ਦੀ ਗੱਲ ਨੂੰ ਨਹੀਂ ਸੁਣਨਾ, ਫਿਰ ਲੋਕਤੰਤਰ ਨਹੀਂ। ਇੱਕ ਗੱਲ ਹੋਰ ਹੈਗੀ ਹੈ ਕਿ ਬਹੁਤ ਵਾਰੀ ਲੋਕ ਕਹਿੰਦੇ ਆ ਕਿ ਮੋਦੀ ਸਰਕਾਰ ਬਹੁ ਗਿਣਤੀ ਦੇ ਨਾਲ ਜਿੱਤੀ ਹੋਈ ਸਰਕਾਰ ਆ। ਇੱਕ ਵਾਰ ਤੁਸੀਂ ਕੋਈ ਝੂਠੇ ਸੱਚੇ ਵਾਅਦੇ ਕਰਕੇ ਕਿ 15 ਲੱਖ ਦਿਆਂਗੇ, ਢਿਮਕਾ ਕਰਾਂਗੇ, ਉਹ ਕਰਾਂਗੇ, ਤੁਸੀਂ ਇੱਕ ਵਾਰ ਸੱਤਾ ਦੇ ਵਿੱਚ ਆ ਗਏ ਅਤੇ ਉਸ ਤੋਂ ਬਾਅਦ ਤੁਸੀਂ ਮਨਮਰਜ਼ੀ ਕਰਨ ਦੇ ਅਧਿਕਾਰੀ ਨਹੀਂ ਹੋ ਜਾਂਦੇ। ਇਹ ਲੋਕਤੰਤਰ ਨਹੀਂ ਆ, ਇਹ ਬਹੁਗਿਣਤੀਵਾਦ ਹੈ। ਇਹਨੂੰ ਮੈਜੋਰਟੀਜ਼ਮ ਕਹਿੰਦੇ ਆ। ਇਹਨੂੰ ਪਾਰਲੀਮੈਂਟੇਰੀਅਨ ਸਿਸਟਮ ਦੇ ਵਿੱਚ ਮੈਜੋਰਟੀਜ਼ਮ ਆ ਜਿਹੜਾ, ਉਹ ਕੋਈ ਬਾਹਲੀ ਚੰਗੀ ਗੱਲ ਨਹੀਂ ਹੁੰਦੀ ਕਿ ਇੱਕ ਵਾਰ ਤੁਸੀਂ ਜਿੱਤ ਜਾਓ ਅਤੇ ਮੁੜ ਕੇ ਤੁਸੀਂ ਕਿਸੇ ਦੀ ਗੱਲ ਹੀ ਨਾ ਮੰਨੋ। ਤਾਂ ਹਾਲਾਤ ਇਸ ਪਾਸੇ ਵੱਲ ਜਾ ਰਹੇ ਆ, ਪਰ ਇਸ ਵਿੱਚ ਕੁਝ ਚੰਗੀਆਂ ਗੱਲਾਂ ਵੀ ਹੋ ਰਹੀਆਂ। ਸਾਨੂੰ ਉਹਨਾਂ ਗੱਲਾਂ ਵੱਲ ਵੀ ਬਹੁਤ ਧਿਆਨ ਦੇਣਾ ਚਾਹੀਦਾ। ਚੰਗੀ ਗੱਲ ਸਭ ਤੋਂ ਵੱਡੀ ਤਾਂ ਇਹ ਹੋ ਰਹੀ ਆ ਕਿ ਜਿਹੜਾ ਇੱਕ ਨੌਜਵਾਨਾਂ 'ਤੇ ਵੱਡਾ ਦੋਸ਼ ਲੱਗਿਆ ਸੀ ਕਿ ਇਹ ਨਸ਼ੇੜੀ ਨੇ, ਲੱਚਰ ਗਾਣੇ ਸੁਣਦੇ ਆ, ਇਹ ਕੰਮ ਨਹੀਂ ਕਰਦੇ ਗੇ, ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ, ਉਹ ਤਿੰਨੇ ਗੱਲਾਂ ਕਰ ਰਹੇ ਆ। ਉਹ ਨਸ਼ੇੜੀ ਨਹੀਂ ਆ, ਉਹ ਜੋਸ਼ ਨਾਲ ਭਰੇ ਹੋਏ ਆ, ਉਹ ਬਜ਼ੁਰਗਾਂ ਦੀ ਅਗਵਾਈ ਵੀ ਕਬੂਲ ਕਰ ਰਹੇ ਆ ਅਤੇ ਉਹ ਕੰਮ ਵੀ ਕਰ ਰਹੇ ਆ। ਅਗਲੀ ਗੱਲ ਜਿਹੜੀ ਹੈਗੀ ਆ ਕਿ ਇਹਦੇ ਨਾਲ ਇੱਕ ਵੱਡੀ ਪੱਧਰ 'ਤੇ ਵਿਚਾਰ ਮੰਥਨ ਹੋ ਰਿਹਾ ਕਿ ਸਾਡਾ ਭਵਿੱਖ ਕਿਹੋ ਜਿਹਾ ਹੋਊਗਾ। ਲੋਕ ਬੇਰੁਜ਼ਗਾਰੀ ਦੇ ਵੀ ਸਤਾਏ ਹੋਏ ਆ, ਲੋਕ ਗੈਰ ਲੋਕਤੰਤਰੀ ਪਰੰਪਰਾਵਾਂ ਦੇ ਵੀ ਸਤਾਏ ਆ। ਅਤੇ ਜਿਹੜੀ ਗੱਲ ਚੰਗੀ ਹੋਈ ਆ ਕਿ ਜਿਹੜੀ ਲੀਡਰਸ਼ਿਪ ਵੋਟਾਂ 'ਤੇ ਹੀ ਖੜੀ ਹੈਗੀ ਆ, ਉਸ ਲੀਡਰਸ਼ਿਪ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਕੇਵਲ ਪੰਜਾਬ 'ਚ ਹੀ ਨਹੀਂ ਨਕਾਰ ਦਿੱਤਾ, ਹਰਿਆਣੇ 'ਚ ਵੀ ਨਕਾਰ ਦਿੱਤਾ, ਰਾਜਸਥਾਨ 'ਚ ਵੀ ਨਕਾਰ ਦਿੱਤਾ। ਅਤੇ ਉਸ ਲੀਡਰਸ਼ਿਪ ਨੂੰ, ਆਲਟਰਨੇਟ ਪੋਲੀਟੀਕਲ ਲੀਡਰਸ਼ਿਪ ਨੂੰ, ਵਿਰੋਧੀ ਪਾਰਟੀਆਂ ਨੂੰ ਵੀ ਨਵੇਂ ਸਿਰਿਓਂ ਸੋਚਣਾ ਪਊਗਾ ਕਿ ਅਸੀਂ ਹੁਣ ਕੀ ਕਰੀਏ। ਉਹ ਪੁਰਾਣੀ ਗੱਲ ਉਹਨਾਂ ਦੀ ਨਹੀਂ ਚੱਲੂਗੀ। ਇਹ ਵਿਚਾਰ ਮੰਥਨਾ ਲੋਕਤੰਤਰ ਲਈ ਵੀ ਚੰਗਾ ਹੈਗਾ। ਅਗਲੀ ਗੱਲ ਕਿ ਲੋਕ ਜੀਵਨ ਨੂੰ ਨਵੇਂ ਢੰਗ ਨਾਲ ਜਿਉਣ ਲਈ ਤਿਆਰ ਹੋਣਗੇ, ਨਵੇਂ ਢੰਗ ਲਈ ਸੋਚਣਗੇ ਕਿ ਅਸੀਂ ਕਿਹੜਾ ਕੰਮ ਕਰਨਾ ਹੈ, ਕਿਵੇਂ ਕੰਮ ਕਰਨਾ ਹੈ, ਕੀ ਸਾਡੀਆਂ ਚੁਣੌਤੀਆਂ। ਵੱਡੀ ਪੱਧਰ 'ਤੇ ਵਿਚਾਰ ਮੰਥਨ ਹੋ ਰਿਹਾ ਤਾਂ ਇਹ ਗੱਲ ਮੈਨੂੰ ਇਹਦੇ ਵਿੱਚੋਂ ਚੰਗੀ ਵੀ ਲੱਗਦੀ ਆ। ਬਾਕੀ ਇਹ ਹਾਰ ਜਿੱਤਾਂ ਜਿਹੜੀਆਂ ਐਡੇ ਵੱਡੇ ਅੰਦੋਲਨਾਂ ਦੀਆਂ ਹੁੰਦੀਆਂ, ਉਹ ਆਏਂ ਇੱਕ ਜਮਾਂ ਇੱਕ ਨਹੀਂ ਹੁੰਦਾ ਕਿ ਜਾਂ ਆਹ ਪਾਸਾ ਹੋ ਜੂ ਜਾਂ ਆਹ ਪਾਸਾ ਹੋ ਜੂ। ਮੈਨੂੰ ਇਹ ਲੱਗਦਾ ਕਿ ਇਹ ਪੰਜਾਬ ਦੇ ਲਈ ਅਤੇ ਦੇਸ਼ ਦੇ ਲਈ ਸ਼ੁਭ ਸ਼ਗਨ ਆ ਕਿ ਐਡੀ ਵੱਡੀ ਪੱਧਰ 'ਤੇ ਰਜਿਸਟੈਂਸ ਹੋਈ ਆ। ਇੱਕ ਫਾਸ਼ੀਵਾਦੀ ਜਿਹੜੀ ਸਰਕਾਰ, ਫਾਸ਼ੀਵਾਦੀ ਢੰਗ ਨਾਲ ਚੱਲ ਰਹੀ ਸਰਕਾਰ ਆ ਜਿਹੜੀ, ਉਹਨੂੰ ਕਿਸੇ ਨੇ ਚੁਣੌਤੀ ਦਿੱਤੀ ਆ। ਤਾਂ ਆਸ ਕਰਦੇ ਹਾਂ ਕਿ ਇਹ ਸਿਵਲ ਵਾਰ 'ਚ ਨਾ ਬਦਲੇ, ਇਹ ਕਿਸੇ ਇਹੋ ਜਿਹੀ ਲੜਾਈ 'ਚ ਨਾ ਬਦਲੇ ਕਿ ਜਿਹਦੇ 'ਚ ਹਿੰਸਾ ਹੋਵੇ, ਜਿਹਦੇ 'ਚ ਮਾਵਾਂ ਦੇ ਪੁੱਤ ਮਰਨ, ਧੀਆਂ ਮਰਨ। ਪਰ ਇਸ ਗੱਲ ਲਈ ਅਸੀਂ ਜ਼ਰੂਰ ਚਾਹੁੰਦੇ ਹਾਂ ਕਿ ਸਰਕਾਰ ਇਹਦੇ 'ਤੇ ਪੁਨਰ ਵਿਚਾਰ ਕਰੇ ਅਤੇ ਕੋਈ ਸਹੀ ਰਸਤਾ ਨਿਕਲੇ। ਪ੍ਰੋਫੈਸਰ ਸਾਹਿਬ, ਇੱਕ ਮੇਰਾ ਆਖਰੀ ਸਵਾਲ। ਆਪਾਂ ਦਿੱਲੀ ਕਿਸਾਨੀ ਅੰਦੋਲਨ ਦੀ ਗੱਲ ਕੀਤੀ, ਹੁਣ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਬੈਠੇ ਨੇ। 2022 ਦੇ ਵਿੱਚ ਪੰਜਾਬ ਦੀ ਇਲੈਕਸ਼ਨ ਹੈ ਵਿਧਾਨ ਸਭਾ ਦੀ, ਅਤੇ ਜਦੋਂ ਕਾਨੂੰਨਾਂ ਤੋਂ ਬਾਅਦ ਇਹ ਅੰਦੋਲਨ ਪੰਜਾਬ ਦੇ ਵਿੱਚ ਵਾਪਸੀ ਕਰੂਗਾ ਤਾਂ ਪੰਜਾਬ ਦੀ ਸਿਆਸਤ ਨੂੰ ਇਹ ਕਿੱਥੇ ਤੱਕ ਪ੍ਰਭਾਵਿਤ ਕਰੂਗਾ? ਕਿਉਂਕਿ ਪੰਜਾਬ ਦੇ ਵਿੱਚ ਮਹਾਪੰਚਾਇਤਾਂ ਵੀ ਹੋ ਰਹੀਆਂ ਨੇ ਅਤੇ ਹੋਰ ਵੀ ਖਾਕੇ ਉਲੀਕੇ ਜਾ ਰਹੇ ਨੇ ਕਿਸਾਨਾਂ ਵੱਲੋਂ। ਅਤੇ ਕੱਲ੍ਹ ਲੱਖੇ ਸਿਧਾਣੇ ਨੇ ਵੀ ਮਹਿਰਾਜ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਮੀਟਿੰਗ ਕਰਨ ਜਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਸੂਤਰਾਂ ਦੇ ਹਵਾਲੇ ਤੋਂ ਗੱਲ ਹੈ ਕਿ ਵੀ ਕਿਸਾਨੀ ਮਸਲੇ ਲੈ ਕੇ ਕਿ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ 'ਤੇ ਉਹ ਕੋਈ ਲੈ ਸਕਦੇ ਨੇ, ਕੋਈ ਫੈਸਲਾ ਲੈ ਸਕਦੇ ਨੇ। ਕਿ ਤੁਸੀਂ ਇਸ ਗੱਲ ਨੂੰ ਕਿਸਾਨੀ ਨਾਲ ਜੋੜ ਕੇ, ਅੰਦੋਲਨ ਨਾਲ ਜੋੜ ਕੇ ਦੇਖ ਸਕਦੇ ਹੋ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਰਜ਼ੇ ਸੰਬੰਧੀ ਫੈਸਲਾ ਲੈਂਦੇ ਨੇ ਖੇਤ ਮਜ਼ਦੂਰਾਂ ਦੀਆਂ, ਤਾਂ ਫਿਰ ਅੰਦੋਲਨ ਨਾਲ ਕੋਈ ਜੁੜੀ ਗੱਲ ਹੋਊਗੀ। ਦੂਜੀ, ਇਹ ਅੰਦੋਲਨ ਕਿੱਥੋਂ ਤੱਕ ਪ੍ਰਭਾਵਿਤ ਕਰੂਗਾ ਪੰਜਾਬ ਦੀ ਸਿਆਸਤ ਨੂੰ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਕਿ ਪੰਜਾਬ ਦੀ ਸਿਆਸਤ ਨੂੰ ਇਹ ਅੰਦੋਲਨ ਪ੍ਰਭਾਵਿਤ ਤਾਂ ਕਰੂਗਾ, ਪਰ ਇੱਕ ਗੱਲ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਆਸ ਸੀਗੀ ਕਿ ਵੀ ਜਿਵੇਂ ਐਮਰਜੈਂਸੀ ਦੇ ਖਿਲਾਫ ਜੇਪੀ ਅੰਦੋਲਨ ਦੇ ਵਿੱਚੋਂ ਜਨਤਾ ਪਾਰਟੀ ਨਿਕਲੀ ਸੀ, ਜਿਸ ਤਰ੍ਹਾਂ ਅੰਨਾ ਹਜ਼ਾਰੇ ਵਾਲੇ ਅੰਦੋਲਨ ਦੇ ਵਿੱਚੋਂ ਆਮ ਆਦਮੀ ਪਾਰਟੀ ਨਿਕਲੀ, ਬਹੁਤ ਸਾਰੇ ਲੋਕਾਂ ਨੂੰ ਆਸ ਆ ਕਿ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਇੱਕ ਨਵੀਂ ਪਾਰਟੀ ਦਾ ਜਨਮ ਹੋਊਗਾ। ਇਹ ਸਿਆਸੀ ਮਾਹਰ ਇਹਦਾ ਅੰਦਾਜ਼ਾ ਲਾਉਂਦੇ ਆ। ਇਸ ਵੇਲੇ ਜਿਹੜੀ ਪੰਜਾਬ ਦੀ ਸਥਿਤੀ ਹੈਗੀ ਆ ਕਿ ਲੋਕ ਅਕਾਲੀ ਦਲ ਨੂੰ ਹਜੇ ਵੀ ਉਵੇਂ ਪ੍ਰਵਾਨ ਨਹੀਂ ਕਰਨ ਲੱਗੇ। ਭਾਵੇਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਭਾਵੇਂ ਉਹਨਾਂ ਨੂੰ ਰਾਜ ਤੋਂ ਬਾਹਰ ਹੋਇਆਂ ਨੂੰ 5 ਸਾਲ ਹੋ ਗਏ, ਪਰ ਇਸ ਦੇ ਬਾਵਜੂਦ ਹਜੇ ਵੀ ਲੋਕ ਉਹਨਾਂ ਨੂੰ ਪ੍ਰਵਾਨ ਨਹੀਂ ਕਰਨ ਲੱਗੇ। ਆਮ ਆਦਮੀ ਪਾਰਟੀ ਵੀ ਉਹ ਵਿਸਤਾਰ ਅਤੇ ਉਹ ਆਧਾਰ ਨਹੀਂ ਬਣਾ ਸਕੇਗੀ ਜਿਸ ਦਾ ਉਹ ਆਸ ਸੀਗੀ ਪਹਿਲਾਂ, ਜਿਸ ਤਰ੍ਹਾਂ ਲੱਗਦਾ ਸੀ ਪਿਛਲੀਆਂ ਚੋਣਾਂ ਸਮੇਂ। ਕਾਂਗਰਸ ਪਾਰਟੀ ਨਿਸ਼ਚੇ ਹੀ, ਲੋਕ ਕਾਂਗਰਸ ਤੋਂ ਵੀ ਬਹੁਤੇ ਖੁਸ਼ ਨਹੀਂ ਗਏ, ਪਰ ਇਹ ਮੌਜੂਦਾ ਸਥਿਤੀ ਦੇ ਵਿੱਚ ਕਿਹਾ ਜਾ ਸਕਦਾ ਕਿ ਕਾਂਗਰਸ ਦਾ ਥੋੜ੍ਹਾ ਜਿਹਾ ਹੱਥ ਉੱਤੇ ਆ, ਸਰਕਾਰ ਵੀ ਹੋਣ ਕਰਕੇ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਹੋਣ ਕਰਕੇ ਵੀ। ਪਰ
ਇਸ ਗੱਲ ਦੀਆਂ ਪੂਰੀਆਂ ਸੰਭਾਵਨਾਵਾਂ ਪਈਆਂ ਕਿ ਇੱਕ ਨਵਾਂ ਫਰੰਟ, ਇੱਕ ਨਵੀਂ ਪਾਰਟੀ ਉੱਠੇ ਤੇ ਉਹ ਗਵਰਨ ਕਰੇ। ਹਜੇ ਚੋਣਾਂ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ 1 ਸਾਲ ਰਹਿੰਦਾ ਹੈ, ਜਿਹਦੇ ਵਿੱਚ 9 ਮਹੀਨੇ ਘੱਟੋ ਘੱਟ ਹਜੇ ਸਿਆਸੀ ਚਰਨਿੰਗ ਹੋਰ ਹੋਣੀ ਆ। ਕਿਸਾਨ ਅੰਦੋਲਨ ਦਾ ਕੀ ਬਣਦਾ ਹੈ, ਪਾਰਟੀ ਕੌਣ ਬਣਾਉਂਦਾ ਹੈ, ਕਿਹੜੇ ਮੁੱਦੇ ਭਾਰ ਕੇ ਆਉਂਦਾ ਹੈ, ਇਹ ਗੱਲਾਂ ਮੇਰਾ ਖਿਆਲ ਆ ਕਿ ਹਜੇ ਥੋੜ੍ਹਾ ਜਿਹਾ ਸਮੇਂ ਤੋਂ ਪਹਿਲਾਂ ਦੀ ਗੱਲ ਆ ਕਿ ਅੱਜ ਅਸੀਂ ਉਹਦੇ ਬਾਰੇ ਕੋਈ ਕਮੈਂਟ ਕਰੀਏ ਕਿ ਜਿਹੜੀ ਗੱਲ ਕੱਲ੍ਹ ਨੂੰ ਪੂਰੀ ਨਾ ਹੋਵੇ। ਮੈਨੂੰ ਲੱਗਦਾ ਹੈ ਕਿ 2-3 ਮਹੀਨਿਆਂ ਤੱਕ ਇਹ ਜਿਹੜਾ ਸਿਆਸੀ ਹਾਲਾਤ ਆ ਉਹ ਜ਼ਿਆਦਾ ਕਲੀਅਰ ਹੋਣਗੇ। ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਪਹਿਲਾਂ ਵਾਂਗ ਹੀ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਹੀ ਯੁੱਧ ਹੋਵੇ ਤੇ ਆਪ ਆ ਜਿਹੜਾ ਉਹ ਪਾਸਕੂ ਬਣ ਕੇ ਵਿਚਾਰੇ ਲਟਕਦਾ ਰਹੇ। ਕਿਹਾ ਨਹੀਂ ਜਾ ਸਕਦਾ। ਸੋ ਪ੍ਰੋਫੈਸਰ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਪੰਜਾਬੀ ਡਾਕ ਤੇ ਤੁਸੀਂ ਵਿਚਾਰ ਰੱਖੇ ਜੀ। ਮਿਹਰਬਾਨੀ ਜੀ, ਸ਼ੁਕਰੀਆ। ਦਰਸ਼ਕੋ, ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਰਜਿੰਦਰ ਬਰਾੜ ਜੀ ਸੀ। ਬੜੇ ਬੇਬਾਕ ਤਰੀਕੇ ਨਾਲ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਇਹਨਾਂ ਨੇ ਕਿ ਕਿਸਾਨੀ ਅੰਦੋਲਨ ਅੱਗੇ ਕਿਸ ਪੜਾਅ ਵੱਲ ਜਾ ਸਕਦਾ। ਰਕੇਸ਼ ਟਿਕੈਤ ਨੇ ਜੋ ਕਿਹਾ ਕਿ 40 ਲੱਖ ਟਰੈਕਟਰ ਲੈ ਕੇ ਅਸੀਂ ਸੰਸਦ ਦਾ ਘਿਰਾਓ ਕਰਾਂਗੇ, ਉਹਨਾਂ ਬਾਰੇ ਵੀ ਇਹਨਾਂ ਬੇਬਾਕ ਗੱਲਾਂ ਰੱਖੀਆਂ ਤੇ ਲਗਾਤਾਰ ਜੋ ਕਿਸਾਨੀ ਮਸਲੇ ਤੇ ਅਪਡੇਟ ਹੋਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਜਤਿੰਦਰ ਦੇ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ।